वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। कोट पराध हमारे खंडो अनक विधि समझावो। हम ज्ञान अल्प मत थोड़ी तुम अपन बिरद रखाओ। तुमरी शरण तुम्हारी आशा तुम ही सजन सुहेले। राखो राखण हार दयाला नानक करके गोले। जी राखो राखण हार दयाला नानक करके गोले। वाहिगुरु जी का खालसा वाहिगुरु जी की फतेह। सब तो पहला धन धन श्री गुरु ग्रंथ साहिब महाराज नूं लख लख वधाइयां। साहिब श्री गुरु तेग बहादुर बाबा जी दे 400 साला आगमन पुरब की खुशी विच और आप प्यारियां रब रूपी संगतां नूं भी लख लख वधाइयां जो आप प्यार शरधा दे नाल रोजाना सतगुर नूं हाजर नाजर जानते हुए इस सुभाग समय नूं सफला कर रहे हो। सो आओ धन धन पिता धन धन कुल धन धन सुजननी जिन गुरु जनिया माए। देखो कहते ने गुरु साहब के गुरपुरब मनाउण तो पहला उन्हां दे माता पिता नूं धन कहो जिन्हां दी कुख दे विचों ऐसे सूरवीर बहादुर रब रूपी जोत संसार विच प्रगट होंदियां ने। तो महाराज बख्शिश अज दे दिहाड़े बाबा गुरदिता दीन दुनी दा टिका जो वर मंगिया सो वर दिता। माता दामोदरी दी कुख तो बाबा गुरदिता जी का जन्म होया। आवांगे गुरु तेग बहादुर साहब वाल भी। वीर जी किसी का माइक ऑन है प्लीज़ करके ऑफ कर देना। वो ना कोई मैसेज आते हैं तो प्रॉब्लम आती है। बड़ी मुश्किल नाल मन खिड़िया होंदा ते टिकाव विच आउण दा यतन करीदा। गुरु अगे अरदास है। हाँ जी। ते साध संगत जद हरगोबिंद पातशाह दे घर माता दामोदरी दे कुख दे विचों बाबा गुरदिता जी का प्रकाश होया ना, सब तो ज़्यादा खुशी किनू होंदी है? तुसी सारी मातावां मेरियां भैणां बैठियां हो सत्कारयोग, बहुत सूझवान बैठे हो। मैं तो तुहाडे कोलों कुछ लैन आया। सब तो ज़्यादा खुशी होंदी है दादे नूं दादी नूं। घर ही कदी पोता होवे ना चाह चढ़ जाता है। फूला नहीं समांदे। और माता गंगा जी नूं जद पता लग्या मेरे घर पोता होया है गुरदिता जी दे रूप विच, ते कितनी खुशी होनी है। वो खुशी होनी जायज भी है क्योंकि वो माता गंगा जिन्हां दे घर 8 साल औलाद नहीं हुई। मैं तां पिछोकड़ लै रहा कि खुशी मनाउण दे नाल नाल असीं थोड़ा जिहा पिछोकड़ भी पढ़ीए। 8 साल घर विच औलाद नहीं हुई। जिहड़ी जठानी सी करमों प्रीति चंद दी वोटी। देखो औरत नूं हर ताणे मैणे
ਤੰਗੀਆਂ ਗਰੀਬੀ ਸਹਾਰ ਲੈਂਦੀ, ਪਰ ਔਂਤਰੀ ਦੀ ਜਿਹੜੀ ਗੱਲ ਹੈ ਨਾ, ਔਤਰੀ ਹੈ, ਇਹਦੇ ਘਰ ਔਲਾਦ ਨਹੀਂ ਹੋਣੀ। ਇਹ ਤਾਣਾ ਕੋਈ ਵੀ ਬੀਬੀ, ਕੋਈ ਵੀ ਲੇਡੀਜ਼ ਇਹ ਤਾਣਾ ਨਹੀਂ ਸਹਿ ਸਕਦੀ, ਕਿਉਂਕਿ ਉਹਦੇ ਵਿੱਚ ਇਤਨੀ ਪੇਸ਼ੈਂਸ ਨਹੀਂ ਹੈ। ਹਰ ਇੱਕ ਮਾਤਾ ਪਿਤਾ, ਮਾਤਾ ਦੀ, ਭੈਣ ਦੀ, ਬੱਚੀਆਂ ਦੀ ਸਾਡੀ ਇੱਕ ਇੱਛਾ ਹੁੰਦੀ ਹੈ ਕਿ ਮੈਂ ਮਾਂ ਬਣਾ। ਤੇ ਉਹ 8 ਸਾਲ ਬਾਅਦ ਜਦ ਬਾਬਾ ਬੁੱਢਾ ਜੀ ਦੀ ਬਖਸ਼ਿਸ਼ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਦੀ ਸੀ, ਪਰ ਇਹ ਸਾਡੇ ਗੁਰੂਆਂ ਦੀ ਬੜੀ ਵੱਡੀ ਵਡਿਆਈ ਹੈ। ਜਿਹੜੇ ਗੁਰੂ ਅਰਜਨ ਦੇਵ ਜੀ ਸੰਗਤਾਂ ਦੇ ਘਰ ਭੁਜੰਗੀ ਦੀ ਦਾਤ ਦੇ ਸਕਦੇ ਨੇ, ਉਹ ਆਪਣੇ ਘਰ ਨਹੀਂ ਦੇ ਸਕਦੇ। ਪਰ ਮਾਣ ਕਿਹਨੂੰ ਦਿੱਤਾ? ਮੈਂ ਉਸ ਦਿਨ ਇੱਕ ਪੰਕਤੀ ਉਚਾਰੀ ਸੀ, ਜੋ ਹਰ ਦਾਸਨ ਕੀ ਉਸਤਤ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਇਹ ਸਾਡੇ ਗੁਰੂਆਂ ਦੀ ਸਿਫਤ ਹੈ ਕਿ ਉਹ ਆਪਣੇ ਪਿਆਰਿਆਂ ਦੀ, ਸੇਵਕਾਂ ਦੀ ਸਦਾ ਹੀ ਜੈਕਾਰ ਕਰਾਉਂਦਾ, ਕਿਸੇ ਰੂਪ ਵਿੱਚ ਕਰਾਵੇ। ਤੇ ਘਰ ਦੇ ਵਿੱਚ ਔਲਾਦ ਹੋਈ, ਬੜੀ ਖੁਸ਼ੀ। ਹਰਗੋਬਿੰਦ ਪਾਤਸ਼ਾਹ ਵੀ ਖੁਸ਼, ਪਿਤਾ ਬਣੇ। ਔਰ ਦਾਦੀ ਦਾ ਤੇ ਮੈਂ ਪਹਿਲਾਂ ਹੀ ਦੱਸਿਆ ਕਿ ਬਹੁਤ ਜ਼ਿਆਦਾ ਖੁਸ਼ੀ ਸੀ। ਤੇ ਅੱਜ ਹਰਗੋਬਿੰਦ ਪਾਤਸ਼ਾਹ ਨੇ ਮਾਤਾ ਦੇ ਅੱਗੇ ਸਿਰ ਝੁਕਾ ਕੇ ਕਿਹਾ, ਮਾਤਾ ਮੈਨੂੰ ਅਸੀਸ ਬਖਸ਼ੋ ਤੇ ਬਖਸ਼ਿਸ਼ ਮੇਰੀ ਝੋਲੀ ਵਿੱਚ ਪਾਓ। ਆਪਣੀ ਮਾਤਾ ਨੂੰ ਕਹਿ ਰਹੇ ਨੇ, ਭਾਵ ਮਾਤਾ ਗੰਗਾ ਨੂੰ। ਇਹ ਮਾਤਾ ਗੰਗਾ ਉਹ ਨੇ ਜਿਨ੍ਹਾਂ ਦੇ ਪਤੀ ਵੀ ਗੁਰੂ, ਪੁੱਤਰ ਵੀ ਗੁਰੂ, ਪੋਤਰੇ ਵੀ ਗੁਰੂ, ਪੜਪੋਤਰੇ ਵੀ ਗੁਰੂ, ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੜਪੋਤਰਿਆਂ ਦੇ ਵੀ ਪੋਤੇ, ਉਹਨਾਂ ਦੇ ਵੀ ਗੁਰੂ। ਇਹ ਮਾਤਾ ਨੂੰ ਉਹ ਖਿਤਾਬ ਮਿਲਿਆ, ਔਰ ਬੀਬੀ ਭਾਣੀ ਨੂੰ ਤੇ ਬਹੁਤ ਹੀ ਖਿਤਾਬ ਮਿਲਿਆ। ਪਿਤਾ ਵੀ ਗੁਰੂ ਸਨ ਉਹਨਾਂ ਦੇ। ਚਲੋ ਇਹ ਵਿਸ਼ਾ ਵੱਖਰਾ ਹੈ, ਰਹੋ ਵਿਚਾਰ। ਤੇ ਅਸੀਸ ਮੰਗੀ, ਮਾਤਾ ਤੁੱਠੇ ਹੋ ਨਾ, ਅੱਜ ਮੇਰੀ ਝੋਲੀ ਵਿੱਚ ਅਸੀਸ ਪਾਓ। ਦੇਖੋ ਹਰਗੋਬਿੰਦ ਪਾਤਸ਼ਾਹ ਆਪਣੀ ਮਾਂ ਕੋਲੋਂ, ਮਾਂ ਕਹਿੰਦੀ ਹੈ, ਜਾ ਫਿਰ ਪੁੱਤਰ, ਤੇਰੇ ਘਰ ਜੋੜੀ ਹੋਏਗੀ, ਪੁੱਤਰਾਂ ਦੀ ਜੋੜੀ ਹੋਏਗੀ। ਤੇ ਮਾਤਾ ਨੂੰ ਕਹਿੰਦੇ ਨੇ ਹਰਗੋਬਿੰਦ ਪਾਤਸ਼ਾਹ, ਮੈਨੂੰ ਅਸੀਸ ਛੋਟੀ ਲੱਗ ਰਹੀ ਹੈ। ਛੋਟੀ ਹੈ, ਜਾਂ ਫਿਰ 2 ਜੋੜੀਆਂ ਹੋਣਗੀਆਂ। ਉਹ ਕਹਿਣ ਲੱਗੇ ਛੋਟੀ ਹੈ, ਕਹਿਣ ਲੱਗੇ ਜਾਂ ਫਿਰ ਤੇਰੇ ਘਰ 5 ਪੁੱਤਰ ਹੋਣਗੇ। ਤੇ ਚਿਹਰੇ ਤੋਂ ਭਾਪ ਲਿਆ, ਕਿਉਂਕਿ ਮਾਂ ਨਾ ਬੱਚੇ ਦੀ ਲੋੜ ਨੂੰ ਬੜੀ ਜਲਦੀ ਪਹਿਚਾਨਦੀ ਹੈ। ਉਹ ਵੇਖ ਲਿਆ ਹੱਲੇ ਵੀ ਕੁਝ ਇੱਛਾ ਲੈ ਕੇ ਬੈਠਾ ਹੈ। ਤੇ ਹਰਗੋਬਿੰਦ ਪਾਤਸ਼ਾਹ ਨੂੰ ਪੁੱਛਿਆ, ਬੇਟਾ ਹੁਣ ਕੀ ਕਹਿਣਾ ਹੈ? ਕਹਿੰਦੇ ਨੇ, ਮਾਤਾ ਘਰ ਤੇ ਪਤਾ ਸਭ ਕੁਝ ਤੁਸੀਂ ਠੀਕ ਕਹਿ ਰਹੇ, ਪਰ ਇਹਦੇ ਨਾਲ ਨਾ ਘਰ ਭਰਵਾ ਨਹੀਂ ਲੱਗ ਰਿਹਾ ਮੈਨੂੰ। ਬੜੇ ਧਿਆਨ ਨਾਲ ਸੁਣਨਾ, ਕਿਉਂਕਿ ਇਹ ਗੁਰੂ ਸਾਹਿਬ ਸਾਰੀ ਸੂਰਜ ਪ੍ਰਕਾਸ਼ ਦੀ ਕਥਾ ਹੈ ਜੋ ਮੈਂ ਆਪ ਜੀ ਨਾਲ ਸਾਂਝ ਕਰ ਰਿਹਾ। ਕਈ ਵਾਰੀ ਬੰਦਾ ਕਹਿ ਦਿੰਦਾ ਕਿੱਥੋਂ ਕੀਤੀ ਹੈ, ਤੇ ਪਹਿਲਾਂ ਮੈਂ ਹਵਾਲਾ ਦੇ ਦੇਵਾਂ। ਇਹ ਜਦੋਂ ਵਾਕਿਆ ਹੋਇਆ ਗੁਰੂ ਦੀ ਹਯਾਤੀ ਵਿੱਚ ਹੋਇਆ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ, ਘਰ ਹਲੇ ਨਾ ਭਰਵਾ ਨਹੀਂ ਹੈ, ਤੁਸੀਂ 5 ਪੁੱਤਰ ਦੀ ਬਖਸ਼ਿਸ਼ ਤੇ ਕਰ ਦਿੱਤੀ ਹੈ। ਉਹ ਭਰਵਾ ਤਦ ਹੋਏਗਾ ਜੇ ਘਰ ਇੱਕ ਪੁੱਤਰੀ ਦਾ ਜਨਮ ਹੋ ਜਾਏ। ਦੇਖੋ, ਇਹ ਐਸੇ ਪਿਤਾ ਨੇ ਜਿਹੜੇ ਪੁੱਤਰੀ ਮੰਗ ਰਹੇ ਨੇ, ਕਿਉਂਕਿ ਰੌਣਕ ਹੈ ਨਾ ਘਰ ਦੀ, ਇਹ ਤੇ ਪਿਤਾ ਜਾਣਦਾ ਜਿੰਦੇ ਘਰ ਬੱਚੀਆਂ ਹੁੰਦੀਆਂ ਨੇ। ਇਹ ਵਿੱਚ ਕਿਸੇ ਦਾ ਮਾਈਕ ਪਲੀਜ਼ ਉਹ ਮਾਫ ਕਰ ਦੇਣਾ। ਤੇ ਜਿਹੜਾ ਇਹ ਮਾਈਕ ਕਿਸੇ ਵੀਰ ਜੀ ਆਨ ਹੈਗਾ, ਇਧਰ ਆਪ ਜੀ ਦਾ ਹੀ ਵੀਰ ਜੀ, ਪਲੀਜ਼। ਹਾਂਜੀ ਪਲੀਜ਼ ਸੋਰੀ ਮੈਂ ਹਾਂਜੀ, ਉਹ ਨਾ ਮੇਰੇ ਮਾਈਂਡ ਮੇਰਾ ਥੋੜਾ ਜਿਹਾ ਇੱਧਰ ਹੋ ਜਾਂਦਾ। ਮੈਂ ਕਹਿੰਦਾ ਅਸੀਂ ਗੁਰੂ ਦੀ ਵਿਚਾਰ ਲੈਣੀ ਹੈ ਨਾ, ਤਾਂ ਬਹੁਤ ਆਨੰਦ ਵਿੱਚ ਲਈਏ। ਤੇ ਉਹ ਕਹਿੰਦੇ ਧੀ ਚਾਹੀਦੀ। ਇਹ ਤੇ ਸ਼ੁਕਰ ਹੈ ਅੱਜ ਸਾਨੂੰ ਕੁਝ ਗਿਆਨ ਹੋ ਗਿਆ, ਨਹੀਂ ਤੇ ਅਸੀਂ ਲੋਹੜੀਆਂ, ਦੀਵਾਲੀ ਤੇ ਬੱਚਿਆਂ ਦੀ ਤੇ ਮਨਾਉਂਦੇ ਆਏ ਆ, ਵਿਸਾਖੀਆਂ। ਅੱਜ ਕੁਝ ਗਿਆਨ ਮੱਤ ਆ ਗਈ ਹੈ, ਅਸੀਂ ਲੋਹੜੀ ਵੀ ਕੁੜੀਆਂ ਦੀ ਵੀ ਕਰਨ ਲੱਗ ਪਏ। ਚਲੋ ਅੱਛਾ ਵਿਸ਼ਾ ਹੈ ਇੱਕ। ਪਹਿਲਾਂ ਤੇ ਅੱਜ ਕਈ ਤੇ ਜਗ੍ਹਾ ਤੇ ਧੀਆਂ ਨੂੰ ਅੱਜ ਵੀ ਮਾਰ ਰਹੇ ਨੇ। ਜਦੋਂ ਅੰਮ੍ਰਿਤ ਛਕਾਉਂਦੇ ਨਾ, ਕਹਿੰਦੇ ਕੁੜੀ ਮਾਰ ਨਾਲ ਵੀ
अपने संबंध नहीं रखने। गुरु साहब ने देखो कुड़ी मंगी है और पहली औलाद तो बाद दूजी जिहड़ी घर हुई है ना, वो बच्ची हुई है, उसका नाम बीबी वीरो पे है। तीजा अणी राय जी, फिर अटल राय जी, फिर सूरजमल जी, पंजवीं जदों छेवें घर दे विच माता नानकी, दूजे मैं, पहला दमोदरी सन, घर बालक का जन्म होया। उस वेले इतफाक दे नाल अमृत वेला सी। हरगोबिंद पातशाह हरमंदर साहिब विच आसा दी वार दी कीर्तन का आनंद माण रहे सन संगतां दे नाल। किसी प्रेमी ने आके कहा, गुरु साहब तुहाडे घर ना पंजवें बालक ने जन्म लिया है। पिता की खुशी का ठिकाना नहीं रहा। ऐ नहीं साढ़े यार की खुशी आई बाणी छड़ के उत्थे चले गए। मैं तो कई बार इत्थों तक देखा है, मैं खिमा कर देना, जे तुसी इस क्रिया विच आंदे हो तो हट जाना। सोदर का पाठ हो रहा है, विच फोन आ गया, असी फोन अटेंड कर रहे हैं। व्हाट इज दिस? बाणी नालों जरूरी पाठ, जे तुसी फोन ही इन्ना जरूरी है तो बाणी ना पढ़ो। कई गुरुद्वारे विच भी हैलो वाहिगुरू की वो अपना बिजनेस कर रहे होंगे। नो, ये गुरु की बाणी का निरादर है। ये गल विचों आई है, मैं तां कहा। कई चीज़ां देखो हुण विचार हो रही है ना, तो ये विचों सानूं बड़ियां चीज़ां मिलणगीਆਂ। खाली मैं पढ़ के अगे चला जाऊंगा, तुसी सुन के अगे चले जाओगे, नहीं। छोटे छोटे नुकते संसार दे विच जीण दे सानूं समझ आ जाए। असी पाठ कर रहे हैं, कोई आ गया, सुमणी साहब अद्धा ही विचे छोड़िया, जिथे फ्रिज सी उत्थे जूठा गिलास पिया सी, उन्हें हटाया सी, उहदे उत्ते गुटका साहब रख दिता। नहीं, जाने च ते गलती हो रही है, अनजाने च भी कर रहे हैं। ते गुरु साहब ने आसा दी वार दा कीर्तन दा भोग पिया, अरदास हुई है, देग लई, हुक्मनामे तो बाद देग लैके ते भाई गुरदास जी, बाबा बुढ़ा जी ते संगतां नूं नाल लैके कहंदे ने चलो अज घर बालक दा जन्म होया। घर पहुंचे, कुछ चंद घंटियां दा ही बालक सी। महाराज ने ना उस बालक नूं अपने कर कमलों के नाल चक लिया। सारी संगत देख रही है, बड़े खुश। पहला भी 4 बालक हुए ने, ये नहीं प्यार प्यार किया सब, क्योंकि पिता हर एक नूं प्यार करता है। तो जब प्यार किया, पता की किया? गुरु साहब ने पहला मत्था चूमिया, फिर उस बच्चे दे चरण चूमे, झुक गया। देखो ध्यान देना, मैं इस गल की बड़ी गहराई में जानने की कोशिश की है, क्योंकि जदों भी सेवा लगती है तो कोशिश होती है कि गुरु साहब नूं जो सानू सोझी बख्शी असीं तुहाडी झोली विच पाईए। झुके, बच्चे दे ना पैर चूमे, ते पैर चूमे, सिर चूमिया ते सीस भी झुकाया। कोल बैठे सिखां ने नोट कर लिया। देखो मैं जो गल कर रहा ना, मेरी चंगियाई ते तुसीं देख रहे हो, और विच सूझवान होंदे ने, वो साडी हर एक्टिविटी भी देखते हैं कि खाली गल्लां वाले ने कि किहड़े ने। किसी राजे ने, मैनूं याद आ गई गल भी, किसी राजे ने रोटी कही तो फकीर सन, दरवेश, कहंदा दरवेश आ रहा है, तो बड़ी सोहनी घर की एक नौकरानी सी, और रोटी बड़ी अच्छी बनाती सी। तो उन्हें कहा जी दरवेश आ रहा है, लंगर बड़ा वधिया बनाना, तू बहुत वधिया बनानी है। मैं इन्ना कह दिता दरवेश आ रहा बस। उन्हें की किया? उन्हें लंगर बनाया, घर की रोटी बनाने वाली सी। जब दरवेश आया, रोटी खान लगे, उन्हें रोटी रखी अगे, रोटी अगे रखी, वो खाधी ते खान के नाल कहंदा ते बड़ा ही बक बक्का स्वाद है, कुछ स्वाद ही नहीं रोटी विच। राजे नूं बड़ा महसूस होया, राजे नूं महसूस होया मैं सारी उम्र इहदे हत्थ दी रोटी खांदा रहा, अज इहनूं मैं स्पैशल कहा दरवेश आ रहे ने
तू रोटी इन्हें की बना दी है, कोई स्वाद ही नहीं। चले गए वो तो कह के चले गए। ਹੁਣ ਰਾਜੇ ਨੇ ਉਸ ਨੂੰ ਪੁੱਛਿਆ, ਭਾਈ ਇੱਕ ਗੱਲ ਦੱਸ ਬੱਚੀ, ਅੱਜ ਸਵਾਦ ਨਹੀਂ ਆਇਆ ਰੋਟੀ ਦੇ ਵਿੱਚ, ਤੇ ਪਹਿਲਾਂ ਰੋਜ਼ ਵਧੀਆ ਬਣਾਉਂਦੀ ਸੀ, ਅੱਜ ਰੋਟੀ ਦਾ ਕਿਉਂ ਨਹੀਂ ਸਵਾਦ ਆਇਆ? ਤੇ ਬੱਚੀ ਉਹ ਪਤਾ ਕੀ ਕਹਿੰਦੀ ਮੈਂ ਉਸੇ ਹਿਸਾਬ ਨਾਲ ਤੇ ਬਣਾਈ ਹੈ ਜਿਸ ਹਿਸਾਬ ਨਾਲ ਤੁਸੀਂ ਕਹੀਏ। ਉਹ ਕਹਿੰਦੇ ਮੈਂ ਤੇ ਤੈਨੂੰ ਕਿਹਾ ਵਧੀਆ ਬਣਾ, ਦਰਵੇਸ਼ ਆ ਰਿਹਾ। ਕਹਿੰਦੀ ਹਾਂ ਮੈਂ ਦਰਵੇਸ਼ ਸਮਝ ਕੇ ਤੇ ਬਣਾਈਏ। ਮੈਂ ਕਿਹਾ ਦਰਵੇਸ਼ ਆਇਆ ਵੇ, ਕੋਈ ਨਾਮ ਜਪਣ ਵਾਲਾ ਆਇਆ ਵੇ, ਤੇ ਨਾਮ ਜਪਣ ਵਾਲਾ ਹੋਏਗਾ, ਉਹਨੂੰ ਸਵਾਦਾਂ ਨਾਲ ਕੀ ਮਤਲਬ ਹੈ? ਸਾਧਾਂ ਨੂੰ ਸਵਾਦਾਂ ਨਾਲ ਕੀ ਮਤਲਬ? ਅਲਫ ਸਹਾਰ ਸੁਲਭ ਸਿਨਿੰਦਰਾ। ਮੈਨੂੰ ਤੁਸੀਂ ਕਹਿ ਦਿੰਦੇ ਨਾ ਕੋਈ ਚਸਕੇ ਵਾਲਾ ਕੋਈ ਆ ਰਿਹਾ ਵੇ, ਜਿਹਨੂੰ ਰਸਨਾ ਦੇ ਉੱਤੇ ਜਿਹਨੂੰ ਸਵਾਦ ਲੱਗਿਆ ਉਹ ਆ ਰਿਹਾ, ਤੁਸੀਂ ਤਾਂ ਦਰਵੇਸ਼ ਕਿਹਾ ਵੇ। ਇਹ ਟਪਲਾ ਖਾ ਜਾਂਦੇ ਹਾਂ ਅਸੀਂ। ਉਹ ਸ਼ਰਮਸਾਰ ਹੋ ਗਿਆ ਰਾਜਾ। ਕਹਿੰਦੀ ਰਾਜਾ ਇੱਕ ਗੱਲ ਮੈਂ ਕਹਿਦਾ, ਉਹ ਦਰਵੇਸ਼ ਨਾ ਕਹੀਂ ਉਹਨੂੰ, ਉਹ ਤੇ ਕੋਈ ਚਸਕਿਆਂ ਦੇ ਵਿੱਚ ਡੁੱਬਿਆ ਹੋਇਆ ਹੈ। ਰਸਨਾ ਸੋਈ ਮਿੱਠੇ ਸਾਥ, ਸਾਡੀ ਰਸਨਾ ਤੇ ਸੁੱਤੀ ਪਈ ਹੈ ਸਵਾਦਾਂ ਦੇ ਵਿੱਚ। ਤੇ ਕਈ ਹਰ ਬੰਦਾ ਨਾ ਇੱਕ ਇੱਕ ਗੱਲ ਵੀ ਨੋਟ ਕਰਦਾ ਹੈ ਕਿ ਪਿਛਲੀ ਵਾਰੀ ਆਏ ਸੀ ਤੇ ਇਸ ਤਰ੍ਹਾਂ ਦਾ ਬੋਲ ਪਏ ਸੀ, ਇਸ ਵਾਰੀ ਆਏ ਨੇ ਤੇ ਕਿਸ ਤਰ੍ਹਾਂ। ਤੇ ਮੈਂ ਇੱਕ ਬੜੀ ਗਹਿਰਾਈ ਵਾਲੀ ਤੁਹਾਨੂੰ ਗੱਲ ਸਾਂਝ ਕੀਤੀ ਹੈ। ਉਹ ਕਹਿੰਦਾ ਰਾਜਾ ਤੂੰ ਭੁਲੇਖੇ 'ਚ ਨਾ ਰਹੀ, ਮੇਰੀ ਮੰਨੇ ਨਾ, ਮੈਂ ਵੀ ਬੜਿਆਂ ਨੂੰ ਲੰਗਰ ਛਕਾਇਆ, ਦਰਵੇਸ਼ ਨਹੀਂ ਆ। ਇਹ ਲਾਲਚੀ ਬਿਰਤੀ ਵਾਲਾ ਚਸਕਿਆਂ ਦੇ ਵਿੱਚ ਜਿਹਦਾ ਨਾਮ ਸਾਧ ਪਾ ਦਿੱਤਾ ਤੂੰ, ਬਸ ਦੈਟਸ ਇਟ। ਤੇ ਸਾਧ ਸੰਗਤ, ਵੀਰ ਜੀ ਮਾਈਕ ਪਲੀਜ਼, ਮਤਲਬ ਮੇਰੀ ਮੈਂ ਵਾਹਿਗੁਰੂ कोई निशी खुराना प्लीज सर अपना माइक ऑफ कर दो। ਤੇ ਜਦ ਪੰਜਵੇਂ ਪਾਤਸ਼ਾਹ ਵਾਹਿਗੁਰੂ ਗੁਰੂ ਤੇਗ ਬਹਾਦਰ ਬਿਰਤੀ ਉੱਡ ਜਾਂਦੀ ਹੈ। ਦੇਖੋ ਹੁਣ ਅਸੀਂ ਗੱਲ ਕਿੱਥੇ ਚੱਲ ਰਹੀ ਸੀ। ਇਹ ਮੈਂ ਵਿੱਚ ਜਰਾ ਮੈਂ ਬੜੀ ਹੱਥ ਬੰਨ ਕੇ ਮਾਫੀ ਮੰਗਾਂਗਾ ਸਭ ਕੋਲੋਂ। ਮੈਨੂੰ ਤੁਹਾਡੀ ਕਾਗਰਤਾ ਚਾਹੀਦੀ ਹੈ, ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ, ਕਿਉਂਕਿ ਤੁਹਾਡੀ ਕਾਗਰਤਾ ਨਾਲ ਸਾਡੀ ਕਾਗਰਤਾ ਬਣਨੀ ਹੈ। ਤੋ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਸੀਸ ਝੁਕਾਇਆ ਨਾ, ਤੇ ਸੰਗਤ ਵਿੱਚੋਂ ਕਈਆਂ ਨੇ ਨੋਟ ਕਰ ਲਿਆ, ਬੋਲੇ ਨੇ, ਮਹਾਰਾਜ ਸਮਝ ਗਏ ਕਿ ਇਹ ਨਾ ਕੋਈ ਪ੍ਰਸ਼ਨ ਲੈ ਕੇ ਜਾ ਰਹੇ ਨੇ ਕਿ ਸੀਸ ਝੁਕਾਇਆ ਹੈ। ਦੇਖੋ ਮੈਂ ਭਾਈ ਲਹਿਣਾ ਜੀ ਦੀ ਗੱਲ ਯਾਦ ਆ ਗਈ। ਜਦੋਂ ਲਹਿਣਾ ਜੀ ਗੱਦੀ ਤੇ ਬੈਠੇ ਨਾ, ਗੁਰੂ ਨਾਨਕ ਪਾਤਸ਼ਾਹ ਨੇ 5 ਪੈਸੇ ਨਰੇਲ ਰੱਖ ਕੇ ਨਾ ਮੱਥਾ ਟੇਕਿਆ ਭਾਈ ਲਹਿਣਾ ਜੀ ਦੇ ਅੱਗੇ ਤੇ ਪਰਿਕਰਮਾ ਕੀਤੀ। ਇਹਦਾ ਕੀ ਭਾਵ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਨਾ ਗੱਦੀ ਦੇਣੀ ਸੀ, ਲਹਿਣੇ ਤੋਂ ਅੰਗਤ ਬਣਾਉਣਾ ਸੀ। ਤੁਸੀਂ ਜਾਣਦੇ ਹੋ, ਸਿੱਧ ਬੈਠੇ ਸਨ ਉੱਥੇ, ਨੋਟ ਕਰ ਲਿਆ। ਗੁਰੂ ਨਾਨਕ ਪਾਤਸ਼ਾਹ ਚਲੇ ਗਏ ਕਰਤਾਰਪੁਰ। ਸਿੱਧਾ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਫੜ ਲਿਆ। ਮੈਂ ਤੁਹਾਨੂੰ ਕਿਹਾ ਹਰ ਐਕਟੀਵਿਟੀ ਹਰ ਬੰਦਾ ਨੋਟ ਕਰਦਾ ਜੀ। ਤੁਸੀਂ ਮੇਰਾ ਬੋਲਣ ਦਾ ਢੰਗ ਦੇਖ ਲਿਆ ਤੇ ਮੈਂ ਵਧੀਆ ਨਹੀਂ ਹੋ ਗਿਆ, ਮੈਨੂੰ ਖਿਮਾ ਕਰ ਦੇਣਾ। ਚੋਲਾ ਮੈਂ ਵਧੀਆ ਪਾ ਲਿਆ, ਪਰਨਾ ਪਾ ਲਿਆ, ਮੈਂ ਸਾਧ ਨਹੀਂ ਬਣ ਗਿਆ। ਸਾਧ ਹੁੰਦਾ ਕਰਮਾਂ ਕਰਕੇ। ਉਹਨਾਂ ਨੇ ਸਵਾਲ ਕੀਤਾ ਸਿੱਧਾਂ ਨੇ, ਮਹਾਰਾਜ ਇੱਕ ਗੱਲ ਦੱਸੋ ਸਿੱਧਾਂ ਦੇ। ਦੇਖੋ ਸਿੱਧ ਬੜੇ ਗਿਆਨਵਾਨ ਸਨ, ਸਿੱਧ ਬੜੇ ਗਿਆਨਵਾਨ ਸਨ। ਸੱਜਣ ਠੱਗ ਲੈ ਲਓ, ਵਲੀ ਕੰਧਾਰੀ ਲੈ ਲਓ, ਕੋਡਾ ਰਾਕਸ਼ ਲੈ ਲਓ। ਇਹ ਭੈਣ ਜੀ ਤੁਹਾਨੂੰ ਆਪ ਜੀ ਨੂੰ ਸਾਰਿਆਂ ਨੂੰ ਇਹ ਸਾਖੀ ਨਾਲ ਸੁਣਾਉਂਦੇ ਨੇ ਨਾ। ਗੁਰੂ ਨਾਨਕ ਪਾਤਸ਼ਾਹ ਨੂੰ ਇਹਨਾਂ ਨੂੰ ਨਾ ਉਹਨਾਂ ਨੂੰ ਸ਼ੀਸ਼ਾ ਵਿਖਾਉਣ ਵਾਸਤੇ ਸਮਾਂ ਨਹੀਂ ਲੱਗਿਆ। ਮੇਰੀ ਗੱਲ ਫਾਲੋ ਕਰ ਰਹੇ ਹੋ ਆਪ? ਮਤਲਬ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ। ਕੋਡੇ ਰਾਕਸ਼ ਨੂੰ, ਸੱਜਣ ਠੱਗ ਨੂੰ ਇੱਕ ਬੋਲ ਦੇ ਨਾਲ, ਇੱਕ ਬਚਨ ਦੇ ਨਾਲ, ਉਜਲ ਕੇਹਾ ਚਿਲਕਣਾ ਘੋਟਮ ਕਾਲੜੀ ਵਸ, ਇਹ ਸ਼ਬਦ ਆਉਂਦਾ ਨਾ, ਇੱਕ ਬਚਨ ਦੇ ਨਾਲ ਉਹਨਾਂ ਨੇ ਉਹਨੂੰ ਸੁਧਾਰ ਦਿੱਤਾ। ਪਰ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧ ਗੋਸ਼ਟ ਬਾਣੀ ਭਰੀ ਪਈ ਹੈ। ਕਿੰਨੇ ਸਵਾਲਾਂ ਦੇ, ਹਜ਼ਾਰਾਂ ਸਵਾਲਾਂ ਦੇ ਜਵਾਬ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਨੇ ਪੁੱਛੇ, ਕਿਉਂਕਿ ਉਹ ਗਿਆਨਵਾਨ ਸਨ। ਸਿਰ ਤੇ ਗਿਆਨ ਚੜ ਗਿਆ। ਮੈਂ ਕਹਿੰਦਾ ਗਿਆਨ ਹੋਵੇ, ਅੱਤ ਦਾ ਗਿਆਨ ਨਾ ਹੋਵੇ।
ਸਾਰੀ ਉਮਰ ਬੰਦਾ ਅਹੰਕਾਰ ਦਾ ਤਾਂ ਗਿਆਨ ਹੋ ਜਾਂਦਾ ਹੈ, ਪਰ ਆਪਣੇ ਗਿਆਨ ਦਾ ਅਹੰਕਾਰ ਦਾ ਪਤਾ ਹੀ ਨਹੀਂ ਲੱਗਦਾ। ਉਹ ਸਿੱਧਾ ਨੂੰ ਸੀ। ਸਿੱਧ ਹਰ ਸਵਾਲ ਦਾ ਜਵਾਬ। ਤੇ ਮਹਾਰਾਜ ਕਹਿੰਦੇ ਮੈਨੂੰ ਇਹਨਾਂ ਨੂੰ ਸਮਝਾਉਣ ਵਾਸਤੇ ਨਾ, ਜਿਹੜੇ ਅੱਤ ਦੇ ਗਿਆਨੀ ਤੇ ਮਹਾਰਾਜ ਨੂੰ ਚੰਗੇ ਲੱਗਦੇ ਜੇ, ਜਿਹੜੇ ਅੱਤ ਦੇ ਗਿਆਨੀ ਹੋ ਜਾਂਦੇ ਨੇ, ਜਿਹੜੇ ਬਾਤੇ ਕਿੰਤੂ ਪਰੰਤੂ ਵੀਰ ਜੀ ਨੇ ਕਥਾ ਕੀਤੀ, ਐਵੇਂ ਕੀਤੀ, ਉਵੇਂ ਕੀਤੀ, ਇਹ ਕੀਤੀ, ਤੱਤ ਨਹੀਂ ਲਿਆ ਉਹਨਾਂ ਨੇ। ਤੁਸੀਂ ਸੇਬ ਖਰੀਦਣ ਜਾਂਦੇ ਹੋ, ਕੋਈ ਮਾੜਾ ਸੇਬ ਖਰੀਦ ਕੇ ਲਿਆਂਦੇ ਹੋ ਘਰ? ਕਦੀ ਨਹੀਂ, ਕਦਾਚਿਤ ਨਹੀਂ। ਤੁਸੀਂ ਚੰਗੀ ਚੀਜ਼ ਚੁੱਕ ਕੇ ਲਿਆਂਦੇ ਹੋ। ਤੁਹਾਨੂੰ ਕੀ ਉਹਦੇ ਮਾਲ ਪਿਆ, ਖਰਾਬ ਪਿਆ, ਤੁਹਾਨੂੰ ਕੀ ਮਤਲਬ ਹੈ? ਤੁਸੀਂ ਤੇ ਚੰਗਾ ਫਰੂਟ ਲਿਆਣਾ ਘਰ, ਉਹ ਵੇਚੇ ਨਾ ਵੇਚੇ, ਉਹ ਸਾਡੀ ਸਿਦਰਦੀ। ਤੇ ਸਿੱਧਾ ਨੂੰ ਸਮਝਾਉਣ ਵਾਸਤੇ ਕਿੰਨਾ ਸਮਾਂ ਲੱਗਿਆ। ਤੇ ਸਿੱਧਾ ਨੇ ਅੱਜ ਲੈਣੇ ਜੀ ਨੂੰ ਸਵਾਲ, ਬਾਬਾ ਅੰਗਦ ਜੀ ਨੂੰ ਸਵਾਲ ਕਰ ਦਿੱਤਾ। ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਨੇ ਸੀਸ ਨਹੀਂ ਝੁਕਾਇਆ। ਲੈਣਾ ਜੀ ਇੱਕ ਗੱਲ ਦੱਸੋ, ਤੁਹਾਡੇ ਅੱਗੇ ਗੁਰੂ ਨਾਨਕ ਨੇ ਸੀਸ ਝੁਕਾਇਆ ਕਿ ਨਹੀਂ? ਦੇਖੋ, ਦੇਖ ਰਹੇ ਸਾਨੂੰ। ਹੁਣ ਗੁਰੂ ਅੰਗਦ ਦੇਵ ਮਹਾਰਾਜ, ਮੈਂ ਕਹਿੰਦਾ ਧੰਨੋ ਮਹਾਰਾਜ, ਤੁਸੀਂ ਧੰਨੋ। ਉਹ ਸੋਚਦੇ ਨੇ ਜੇ ਮੈਂ ਕਵਾਂ ਝੁਕਾਇਆ ਵੇ ਤੇ ਗੁਰੂ ਨਾਨਕ ਪਾਤਸ਼ਾਹ ਦੀ ਬੇਇੱਜ਼ਤੀ ਵਾਲੀ ਗੱਲ ਹੈ। ਜੇ ਮੈਂ ਕਹਿੰਦਾ ਨਹੀਂ ਝੁਕਾਇਆ ਤੇ ਝੂਠ ਹੋ ਜਾਏਗਾ। ਝੁਕਾਇਆ ਤਾਂ ਉਹਨਾਂ ਨੇ। ਔਰ ਕਿਆ ਖੂਬ ਜਵਾਬ ਦਿੱਤਾ ਮੇਰੇ ਗੁਰੂ ਨਾਨਕ, ਦੂਜੇ ਗੁਰੂ ਨਾਨਕ ਨੇ। ਕਹਿਣ ਲੱਗੇ, ਭਾਈ ਲੈਣਾ ਜੀ ਸਿੱਧਾ ਨੂੰ ਕਹਿਣ ਲੱਗੇ, ਭਾਈ ਦੇਖੋ ਅਸੀਂ ਹਾਂ ਗੁਰੂ ਨਾਨਕ ਦੇ ਪੁੱਤਰ, ਬੱਚੇ। ਕਿਸੇ ਬੱਚੇ ਦੇ ਅਗਰ ਮਾਂ ਦੇ ਵਿੱਚ, ਗੋਦ ਦੇ ਵਿੱਚ ਬੱਚਾ ਹੋਏਗਾ, ਅਗਰ ਉਹਨੂੰ ਪਿਆਰ ਕਰਨਾ ਚਾਹੁੰਦੀ ਹੈ, ਮਾਂ ਦਾ ਦਿਲ ਕਰਦਾ ਪਿਆਰ ਕਰਨ ਨੂੰ, ਉਹਨੂੰ ਡੈਫੀਨੇਟਲੀ ਉਹਨੂੰ ਸੀਸ ਝੁਕਾ ਕੇ, ਚੁੰਮ ਕੇ ਹੀ ਉਹਨੂੰ ਪਿਆਰ ਕਰੇਗੀ। ਹੁਣ ਉਹ ਮਾਤਾ ਨੇ ਮੈਨੂੰ, ਗੁਰੂ ਨਾਨਕ ਨੇ ਪਿਆਰ ਕੀਤਾ, ਤੁਸੀਂ ਸਮਝੋ ਸੀਸ ਝੁਕਾਇਆ ਜਾਂ ਝੁਕੇ ਨੇ, ਮੈਨੂੰ ਉਹਦੇ ਨਾਲ ਮਤਲਬ ਨਹੀਂ। ਮੈਨੂੰ ਗੁਰੂ ਨਾਨਕ ਨੇ ਪਿਆਰ ਕੀਤਾ ਹੈ। ਇਹ ਨਹੀਂ ਕਿਹਾ ਮੈਨੂੰ ਦੇਖੋ ਮੇਰੇ ਅੱਗੇ ਗੁਰੂ ਨਾਨਕ ਝੁਕ ਗਏ। ਦੇਖੋ ਇਹ ਵੇ ਨਿਮਰਤਾ, ਹੁਕਮ। ਤੇ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਵੇਖੋ ਮੈਨੂੰ ਗੱਲ ਕਿੱਥੋਂ ਯਾਦ ਆਈ, ਹਰਗੋਬਿੰਦ ਪਾਤਸ਼ਾਹ ਨੇ ਸੀਸ ਝੁਕਾ ਦਿੱਤਾ। ਸੰਗਤਾਂ ਦੇ ਵਿੱਚ ਨਾ ਇੱਕ ਗੱਲ ਬਹਿ ਗਈ। ਮਹਾਰਾਜ ਸਮਝ ਗਏ। 10-15 ਦਿਨ ਹੋਏ ਸੰਗਤ ਵਿੱਚ ਮਹਾਰਾਜ ਵਿਚਰੇ। ਮਹਾਰਾਜ ਕਹਿੰਦੇ ਮੈਨੂੰ ਪਤਾ ਤੁਹਾਡੇ ਜਿਹਨ ਵਿੱਚ ਦੋ ਸਵਾਲ ਅੜ ਰਹੇ ਨੇ। ਇੱਕ ਸਵਾਲ ਅੜ ਰਿਹਾ ਕਿ ਤੁਸੀਂ ਆਪਣੇ ਬੱਚੇ ਨੂੰ ਚੁੰਮਿਆ ਵੀ ਹੈ, ਪੈਰਾਂ ਤੋਂ ਵੀ ਚੁੰਮਿਆ, ਸਿਰ ਤੋਂ ਵੀ ਚੁੰਮਿਆ, ਝੁਕੇ ਵੀ ਹੋ। ਮਹਾਰਾਜ ਕਹਿੰਦੇ ਦੇ ਦੋ ਕਾਰਨ ਨੇ। ਮਹਾਰਾਜ ਕਹਿੰਦੇ ਦੱਸੋ ਕਿਹੜੇ ਕਾਰਨ ਨੇ? ਮਹਾਰਾਜ ਕਹਿੰਦੇ ਪਹਿਲਾ ਕਾਰਨ ਪਤਾ ਕੀ ਹੈ? ਤੇਜ ਪ੍ਰਚੰਡ ਤਰੰਡ ਖਲਖੰਡ ਕਿਸ ਕੇ ਗ੍ਰਹਿ ਸੁਤ ਬਲਵੰਡ। ਮੈਂ ਇਹਦੇ ਕੋਲ ਤਾਂ ਝੁਕਿਆ ਵਾਂ, ਧਿਆਨ ਦੇਣਾ, ਮੈਂ ਇਹਦੇ ਵਾਸਤੇ ਤਾਂ ਝੁਕਿਆ ਕਿਉਂਕਿ ਇਹਦੇ ਘਰ ਜਿਹੜਾ ਬੇਟਾ ਪੈਦਾ ਹੋਣਾ ਹੈ ਨਾ, ਉਹ ਬੜਾ ਪ੍ਰਬਲ, ਸੂਰਵੀਰ ਤੇ ਬਲੀ ਹੋਏਗਾ। ਦੁਸ਼ਮਣਾਂ ਦੇ ਸਿਰ ਨਾ ਭੰਨ ਦੇਗਾ। ਤੇ ਦੂਜਾ ਕਾਰਨ ਦੇਖੋ, ਬੜਾ ਸੁੰਦਰ ਕਾਰਨ ਦੱਸਿਆ ਦੂਜਾ। ਕਹਿੰਦੇ ਨੇ ਇੱਕ ਮਰਿਆਦਾ ਵੇ ਗੁਰੂ ਘਰ ਦੀ। ਜਦੋਂ ਵੀ ਗੁਰੂ ਧਾਰਨ ਕੀਤਾ ਨਾ ਕਿਸੇ ਨੇ ਵੀ, ਉਹਦੇ ਅੱਗੇ 5 ਪੈਸੇ ਨਰੇਲ ਰੱਖ ਕੇ ਪਰਿਕਰਮਾ ਕਰਕੇ ਉਹਨੂੰ ਗੁਰਤਾ ਗੱਦੀ ਦਿੱਤੀ ਗਈ ਹੈ ਨਾ ਸਭ ਨੇ। ਗੁਰੂ ਅੰਗਦ ਦੇਵ ਮਹਾਰਾਜ ਨੂੰ ਅਮਰਦਾਸ ਜੀ ਨੇ ਰਾਮਦਾਸ ਜੀ ਨੇ ਅਰਜਨ ਦੇਵ ਜੀ, ਅੱਗੋਂ ਸਾਰੀ ਪੀੜੀ ਚਲਦੀ ਰਹੀ। ਚੱਲੀ ਪੀੜੀ ਸੋਢੀਆ ਰੂਪ ਦਿਖਾਵਣ ਵਾਰੋ ਵਾਰੀ। ਮਹਾਰਾਜ ਨੇ ਨੰਦੇੜ ਦੇ ਧਰਤੀ ਤੇ ਵੀ 5 ਪੈਸੇ ਨਰੇਲ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਕੇ ਕਿਹਾ ਸੀ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਹਾ ਸੀ ਨਾ, ਤੁਹਾਡੀ ਜਹਿਨ ਵਿੱਚ ਹੋਏਗੀ ਗੱਲ। ਮੈਂ ਇਸ ਦੇ ਅੱਗੇ ਦੂਜਾ ਕਾਰਨ ਤਾਂ ਮੈਂ ਸੀਸ ਤਾਂ ਝੁਕਾਇਆ ਵੇ ਕਿਉਂਕਿ ਇਸ ਮੇਰੇ ਪੁੱਤਰ ਨੇ ਜਦ ਗੱਦੀ ਤੇ ਬਹਿਣਾ ਨਾ, ਤੇ 8ਵੇਂ ਪਾਤਸ਼ਾਹ ਨੇ ਇਹ ਰਸਮ ਨਿਭਾਣੀ ਨਹੀਂ। ਦੇਖੋ ਧਿਆਨ ਦੇਣਾ, ਤੁਹਾਨੂੰ ਪਤਾ ਹੋਣਾ ਜਦ ਦਿੱਲੀ ਦੇ ਅੰਦਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੋਤੀ ਜੋਤ ਸਮਾਏ ਨਾ, ਤੇ 5 ਪੈਸੇ ਨਰੇਲ ਦੇ ਕੇ ਸਿੱਖ ਨੂੰ ਬਾਬੇ ਬਕਾਲੇ ਭੇਜ ਦਿੱਤਾ ਸੀ। ਬਾਬਾ ਬਸੇ ਗ੍ਰਾਮ ਬਕਾਲੇ। ਕਹਿੰਦੇ ਨੇ ਇਹ ਉਹ ਰਸਮ ਮੈਂ ਪਹਿਲਾਂ ਹੀ ਅਦਾ ਕਰ ਰਿਹਾ ਵਾਂ ਕਿ ਇਹ ਰਸਮ ਕੰਟੀਨਿਊ ਜਿਹੜੀ ਚੱਲ ਰਹੀ ਹੈ, ਇਹਦੇ ਵਿੱਚ ਕਿਤੇ ਵਿਘਨ ਨਾ ਪੈ ਜਾਏ। ਬੜੇ ਖੁਸ਼।
ये गुरु साहब की ना चोज ने, पर गुरु साहब साडा हर एक चोज नूं सानू बड़े प्यार नाल दसदे ने, पर असी समझना ही नहीं चाहते। ये गुरु का प्यार है। ते गुरु तेग बहादुर साहब अज जिन्हां दा आगमन पुरब असी बड़ी शरधा प्रेम भावना नाल मना रहे हैं। साध संगत, ऐसी त्याग दी मूरत, ऐसा ज्ञान, ऐसा अनुराग, बैराग, सिफती रत्ता सद बैरागी, सदा ही सिफतां दे विच जुड़े हुए और बड़ा खुला सुभाव। तुहानूं सारिआं नूं पता है, भरा दी शादी घर विच ते कंगण ते सोने दी चैन ते सोहनी पोशाक, बाहर निकले, अदर बरात चढ़ी ते उधर किसी गरीब का नगन वेख के उन्होंने पूछ लिया, भाई तू नगन क्यों है? कहता गरीब हाँ, मेरे को तो कुछ भी नहीं मैं पान वास्ते। हिरदा इतना कोमल सी। देखो संतां महापुरखां दा ना हिरदा बड़ा कोमल हुंदा जी। मक्खन हुंदा ना, मक्खन जिन्ना मर्जी जमिया होवे, थोड़ा जिहा सेक देने की लोड़ है, इस तरह पिघल जाता है। महापुरखां दा, गुरुआं दा, संतां दा जिहड़ा सुभाव है ना, ये मक्खन वर्गा है। तुसी कोई पुकार उन्हां दे अगे रख दो, फट पिघल जाणगे। आए सी ना किरपा राम जी, दुखड़ा ही लैके आए सन। ये उस औरंगजेब की साजिश सी। जिसने अपने औरंगजेब, मैनूं गल सामने आई, पहला नाम इहदा कुछ होर सी। मैं अज किसी विद्वान की किताब पढ़ रहा सी, उन्हें नाम औरंगजेब रख लिया। औरंग हुंदा तखत ते जेब हुंदा शंगार, ते जेब तो ही जेवर बने ने जिहड़े तुसीं पहनदे हो लेडीज। औरंगजेब वो तखत का शंगार बनना चाहता सी, और सब तो वड्डी गल कपटी होके धर्मी बनना चाहता सी। बड़ी ध्यान देना मेरी गल पे। कपटी होके धार्मिक बनना चाहता सी, काम भी माड़े करना चाहता सी, सारियां नूं दुख भी धर्मां नूं देना चाहता सी, पर धार्मिक भी मन्निया जाना चाहता सी। इहदा पड़दा इहनूं बिल्कुल शीशा विखा दिता गुरु गोबिंद सिंह महाराज ने जफरनामे विच। शाहजहां अपने प्यो नूं देखो, अपने तीनों भरावां नूं, जहां आरा भैन ਉਹਦੇ ਵਿਆਹ नहीं किया, ਉਹਨੂੰ मार दिता। किथे ਇਹ ਜਵਾਈ बन के ना कल तो मेरे उत्ते हावी हो जाए। अपने भरावां नूं कतल कर दिता, पिता नूं। देखो वो शाहजहां जे जिन्हें गुरु नानक की बाणी ते शंका की सी। जदों बाणी सुनदा सी ना, कई बारी ਉਹਦੇ ਵਿੱਚ आंदा सी, नदर उपट्ठी जे करे सुल्ताना घाव कराएंदा, दर मंगन भिख ना पाएंदा। ਇਹਦਾ ਭਾਵ ਹੈ ਵੇ ਕਿ ਜੇ परमात्मा ਦੀ नज़र सवली नहीं है ना, नज़र हट गई साडे तो। मैं कहना जिन्ने मर्जी कई बंदे मैनूं मिलते हैं, वीर जी बड़ी किरपा है, मैं समझना इन्हां दा नेम वध गया, या अमृत वेला इन्हां ने संभाल लिया, या इन्हां दा स्वास सिमरन चल पिया। मैं कहा की होया? कहने वीर जी इन्नी किरपा हो गई है, बस माया ही माया है। बस हुण तो एक घर सी, दो लल्ले, दो घर सी, हुण तीजे दी सोच रहे हैं, वड्डियां गड्डियां ने। मैं मत्थे ते हथ मारना, मैं कहना इनू किरपा समझते हैं। ये तो रब अपने बच्चों नूं अपने तो दूर करना होए ना, तो खिडौने दे दिंदा है। समझ लो ना मेरी गल। माँ ने जदों घर का कारज काम करना होए ना, अंतर बार कारज बिरूती चीत सो बारक राखी अले, बाबा नामदेव जी। वो माँ ने कारज करना होंदा है ना, तो की करदी है, तुसीं सियाणे बैठे हो, तुसीं ओनू ना कोई खिलौना हाथी च कोई टॉयस फड़ा दिंदे हो, बई बच्चा लगा रहे, और बच्चा जब तक भुख नहीं लगती वो भी बच्चा भी खेडदा रहिंदा। जदों रोंदा मां समझ जाती है। तो ये जिन्नियां तुसीं किरपा समझ रहे हो ना, सारे दुखों का घर असीं मंग के ते परमात्मा तो असीं पिछे हो रहे हैं, तो असीं उन्हें नज़र कह रहे हैं।
ਤੇ ਪਾਤਸ਼ਾਹ ਕਹਿੰਦੇ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹੁ ਕਰਾਏ ਦਾ। ਜੇ परमात्मा ਦੀ ਨਦਰ ਸਵੱਲੀ ਨਹੀਂ ਹੈ ਨਾ, ਉਪੱਠੀ ਹੋ ਗਈ, ਪੁੱਠੀ ਪੈ ਗਈ, ਤੇ ਇੱਕ ਸੁਲਤਾਨ ਰਾਜੇ ਨੂੰ ਵੀ ਘਾਹ ਖਵਾ ਸਕਦਾ ਹੈ। ਤੇ ਸ਼ਾਹਜਹਾਂ ਕਹਿੰਦਾ ਸੀ ਰਾਜੇ ਨੂੰ ਕਿਸ ਤਰ੍ਹਾਂ ਕੋਈ ਘਾਹ ਖਾ ਸਕਦਾ ਹੈ? ਇੱਥੇ ਤੇ ਭਿਖਾਰੀ ਵੀ ਕਦੀ ਭੁੱਖਾ ਨਹੀਂ ਹੁੰਦਾ, ਤੇ ਰਾਜੇ ਦੀ ਗੱਲ ਕਰ ਰਹੇ ਨੇ। ਤੇ ਉਸ ਵੇਲੇ ਸਾਧ ਸੰਗਤ ਜਦ ਇਹਨੂੰ ਆਗਰੇ ਦੀ ਜੇਲ੍ਹ ਵਿੱਚ ਪੁੱਤਰ ਔਰੰਗਜ਼ੇਬ ਨੇ ਬੰਦ ਕਰ ਦਿੱਤਾ ਨਾ, ਜਿਹੜਾ ਗੱਦੀ ਦੇ ਵਿੱਚ ਨਸ਼ੇ ਵਿੱਚ ਇਤਨਾ ਮਸਤ ਹੋਇਆ ਪਿਆ ਸੀ, ਤੇ ਉਹਨੂੰ ਗਿਣ ਕੇ ਪਾਣੀ ਤੇ ਗਿਣ ਕੇ ਪ੍ਰਸ਼ਾਦਾ ਇੱਕ ਪੂਰੇ ਦਿਨ ਹੀ ਮਿਲਦਾ ਸੀ। ਉਹਨੂੰ ਭੁੱਖਾ ਤੇ ਪਿਆਸਾ ਮਾਰਨਾ ਚਾਹੁੰਦਾ ਸੀ, ਤੜਫਾ ਕੇ। ਐਸੇ ਪਿਤਾ ਬੱਚੇ ਵੀ ਹੋਏ ਨੇ। ਤੇ ਉਹਨੇ ਪਤਾ ਕੀ ਕੀਤਾ? ਉਹਨੇ ਇੱਕ ਚਿੱਠੀ ਲਿਖੀ ਜੇਲ੍ਹ ਦੇ ਵਿੱਚੋਂ। ਬੜੇ ਧਿਆਨ ਦੇਣ ਵਾਲੀ ਗੱਲ ਹੈ। ਸ਼ਾਹਜਹਾਂ ਨੇ ਆਪਣੇ ਪੁੱਤਰ ਨੂੰ ਚਿੱਠੀ ਲਿਖੀ, ਔਰੰਗਜ਼ੇਬ ਨੂੰ। ਚਿੱਠੀ ਵਿੱਚ ਲਿਖਿਆ, ਤੇਰੇ ਵਰਗਾ ਪੁੱਤਰ ਕਿਸੇ ਨੂੰ ਵੀ ਨਾ ਹੋਵੇ। ਜ਼ਾਲਮ ਪੁੱਤਰ। ਮੈਂ ਤੇ ਹਿੰਦੂਆਂ ਨੂੰ ਮਾੜਾ ਕਹਿੰਦਾ ਸੀ, ਮੈਂ ਤੇ ਉਹ ਵੇਖਣਾ ਉਹਦੇ ਪਿਓ ਦੇ ਮਰਨ ਤੋਂ ਬਾਅਦ ਹੀ ਸਰਾਧ ਕਰ ਰਹੇ ਹੁੰਦੇ ਨੇ, ਪਰ ਸਾਡੇ ਸਰਾਧ ਨਹੀਂ। ਚਲੋ ਉਹਨੇ ਇੱਕ ਐਗਜ਼ਾਮਪਲ ਦਿੱਤਾ, ਪੈਨ ਦੇ ਨਾਲ, ਸ਼ਾਹੀ ਦੇ ਨਾਲ ਲਿਖ ਕੇ ਦੱਸਿਆ ਕਿ ਹਿੰਦੂ ਧਰਮ ਵਿੱਚ ਫਿਰ ਵੀ ਦੇਖੋ ਕਿਤਨਾ ਪਿਆਰ ਹੈ, ਮਰਨ ਤੋਂ ਬਾਅਦ ਵੀ ਪਿਤਾ ਨੂੰ ਇਤਨਾ ਸਨਮਾਨ ਦਿੰਦੇ, ਤੂੰ ਤੇ ਜਿੰਦਿਆਂ ਜੀ ਭੁੱਖਾ ਪਿਆਸਾ ਮਾਰ ਰਿਹਾ। ਉਹਨੇ ਜਦ ਚਿੱਠੀ ਪੜ੍ਹੀ ਨਾ ਔਰੰਗਜ਼ੇਬ ਨੇ, ਉਹਦਾ ਪਤਾ ਕੀ ਜਵਾਬ ਸੀ? ਉਹਨੇ ਕੀ ਜਵਾਬ ਦਿੱਤਾ ਆਪਣੇ ਪਿਓ ਨੂੰ? ਕਦੀ ਐਸੀ ਬਿਰਤੀ ਖੁਆਬਾਂ ਵਿੱਚ ਵੀ ਨਾ ਤੁਸੀਂ ਲੈ ਕੇ ਆਣਾ, ਨਿਰੇ ਨਰਕ ਭੋਗਾਂਗੇ ਮੈਨੂੰ। ਮੈਂ ਅੱਖਰ ਮੇਰੇ ਮਾੜੇ ਨੇ, ਪਰ ਮੈਂ ਗੁਰੂ ਦੀ ਦੁਆਰਾ ਬੋਲ ਰਿਹਾ, ਮੈਂ ਨਹੀਂ ਬੋਲ ਰਿਹਾ। ਔਰੰਗਜ਼ੇਬ ਨੇ ਜਿਹੜੇ ਅੱਖਰ ਲਿਖੇ ਨਾ, ਕਹਿੰਦਾ ਪਿਤਾ ਸ਼ਾਹਜਹਾਂ ਤੇਰੇ ਵਰਗਾ ਮੂਰਖ ਬਾਪ ਨਹੀਂ ਏ। ਤੂੰ ਪਾਣੀ ਤੋਂ ਤਰਸ ਰਿਹਾ, ਜਿਹੜੀ ਸ਼ਾਹੀ ਨਾਲ ਤੂੰ ਮੈਨੂੰ ਚਿੱਠੀ ਲਿਖੀ ਏ, ਘੱਟੋ ਘੱਟ ਉਹੀ ਸ਼ਾਹੀ ਪੀ ਲੈਂਦਾ, ਤੇਰੀ ਪਿਆਸ ਤੇ ਬੁੱਝ ਜਾਂਦੀ। ਐਸੇ ਪੁੱਤਰ ਜ਼ਾਲਮ ਹੋਏ ਨੇ ਜਿਨ੍ਹਾਂ ਨੇ ਪਾਣੀ ਨੂੰ ਤਰਸਾ ਕੇ ਮਾਰਿਆ ਹੈ ਆਪਣੇ ਪਿਤਾ ਨੂੰ। ਕਿਸੇ ਨੇ ਪੁੱਤਰ ਪਿਓ ਨੂੰ ਚੁੱਕ ਕੇ ਮਾਰਨ ਜਾ ਰਿਹਾ ਸੀ ਨਾ ਨਦੀ ਦੇ ਵਿੱਚ, ਤੇ ਨਦੀ ਦੇ ਵਿੱਚ ਸੁੱਟਣ ਲਗਾ, ਤੇ ਉਹ ਪਿਓ ਕਹਿੰਦਾ ਇੱਥੇ ਨਾ ਸੁੱਟੀ ਭਾਈ, ਇੱਥੇ ਮੈਂ ਆਪਣੇ ਪਿਓ ਨੂੰ ਸੁੱਟਿਆ, ਅੱਗੇ ਸੁੱਟ ਮੈਨੂੰ। ਤੇ ਸੋਝੀ ਆ ਗਈ, ਮਾਤਾ ਪਿਤਾ ਦਾ ਸਤਿਕਾਰ ਕਰੋ, ਤੁਸੀਂ ਵੀ ਬੁੱਢੇ ਹੋਣਾ ਵੇ। ਬੁੱਢਾ ਹੁਆ ਸ਼ੇਖ ਫਰੀਦ ਕੰਬਨ ਲੱਗੀ ਦੇ, ਜੇ 100 ਵਰਿਆਂ ਜੀਵਨ ਆਪੀ ਤਨ ਹੋਸੀ ਖੇ। ਖੇ ਤੇ ਤੁਸੀਂ ਵੀ ਹੋਣਾ, ਮੈਂ ਵੀ ਹੋਣਾ। ਬੁੱਢਾ ਮੈਂ ਵੀ ਹੋ ਰਿਹਾ, ਤੁਸੀਂ ਵੀ ਹੋਣਾ ਵੇ। ਬੁੱਢਾ ਹੁਆ ਸ਼ੇਖ ਫਰੀਦ, ਉਹ ਵੀ ਬੁੱਢੇ ਹੋਏ, ਸਾਰਿਆਂ ਨੇ ਬੁੱਢੇ ਹੋਣਾ ਹੈ। ਜੋ ਕੁਝ ਅਸੀਂ ਮਾਤਾ ਪਿਤਾ ਨਾਲ ਕਰਾਂਗੇ, ਸਾਨੂੰ ਵੀ ਉਹੀ ਚੀਜ਼ ਮਿਲੇਗੀ। ਭੁੱਖ ਦੇ ਨਾਲ ਜਾਨ ਨਿਕਲ ਰਹੀ ਸੀ। ਜਿਹੜੀ ਜੇਲ੍ਹ ਦੇ ਵਿੱਚ ਦੀਵਾਰ ਸੀ ਨਾ, ਉਹ ਗਿੱਲੀ ਸੀ। ਕਈ ਵਾਰੀ ਬਰਸਾਤਾਂ 'ਚ ਨਾ, ਉਹ ਬਰਸਾਤਾਂ 'ਚ ਦੇਖੋ ਹਰਿਆਲੀ ਦੇ ਵਿੱਚ ਨਾ ਘਾਹ ਆ ਜਾਂਦਾ ਹੈ। ਤੁਸੀਂ ਘਰਾਂ 'ਚ ਵੇਖੋ, ਕਿੱਥੇ ਬਰਸਾਤ ਦਾ ਪਾਣੀ ਕਿੱਥੇ ਦੀਵਾਰ ਤੇ ਪੈ ਜਾਏ ਨਾ, ਤੇ ਉਹ ਦੀਵਾਰ ਦੇ ਵਿੱਚ ਨਾ ਕੁਝ ਹਰਿਆਵਲ ਹੋ ਕੇ ਨਾ, ਉਹਦੇ ਵਿੱਚੋਂ ਘਾਹ ਦੇ ਦਾਣੇ ਆ ਜਾਂਦੇ ਨੇ, ਘਾਹ ਦੇ ਪੱਤੀਆਂ ਨਿਕਲ ਆਉਂਦੀਆਂ ਨੇ। ਉਹਨੇ ਪੱਟਿਆ, ਭੁੱਖ ਲੱਗ ਰਹੀ ਸੀ, ਅੰਦਰ ਬੁੱਲ ਸੁੱਕ ਰਹੇ ਸਨ। ਉਹਨੇ ਕਿਹਾ ਘਾਹ ਦੇ ਨਾਲ ਹੀ ਮੈਂ ਕੁਝ ਕਰ ਲਾਂ। ਜਦ ਉਹ ਘਾਹ ਖਾਣ ਲੱਗਾ ਤੇ ਗੁਰੂ ਨਾਨਕ ਦੀ ਬਾਣੀ ਯਾਦ ਆ ਗਈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ, ਦਰ ਮੰਗਨ ਭਿੱਖ ਨਾ ਪਾਇੰਦਾ। ਮੰਗਿਆ ਵੀ ਭਿੱਖ ਨਹੀਂ ਮਿਲੀ। ਦੇਖੋ, ਉਹ ਪੁੱਤਰ ਕੋਲੋਂ ਭਿੱਖ ਮੰਗਦਾ ਰਹਿ ਗਿਆ, ਨਹੀਂ ਮਿਲੀ, ਉਹਨੂੰ ਘਾਹ ਖਾਣਾ ਪੈ ਗਿਆ। ਘਾਹ ਤੋਂ ਮਜਬੂਰ ਹੋ ਗਿਆ। ਜਿਹੜਾ ਸੁਲਤਾਨ ਰਾਜਾ ਸੀ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸ ਜ਼ਾਲਿਮ ਔਰੰਗਜ਼ੇਬ ਨੇ ਜਦ ਧਰਤੀ ਤੇ ਇੰਨੇ ਕਹਿਰ ਮਚਾਏ, ਸਾਰੇ ਮੰਦਰਾਂ ਨੂੰ ਨਾ ਉਹਨੇ ਬੰਦ ਕਰ ਦਿੱਤੇ, ਤਾਲੇ ਲਾ ਦਿੱਤੇ। ਈਵਨ ਸੋਮਨਾਥ ਦਾ ਮੰਦਰ, ਜਗਨਨਾਥ ਦਾ ਮੰਦਰ, ਇੱਥੋਂ ਤੱਕ ਅਯੋਧਿਆ ਦਾ ਜਿਹੜਾ ਹੁਣ ਮਸਲਾ ਹੱਲ ਹੋਇਆ, ਜਿਹੜੀ ਬਾਬਰੀ ਮਸਜਿਦ ਤੋੜ ਕੇ ਉਹਨੇ ਮਸਜਿਦ ਬਣਾਈ, ਇਹ ਮਸਲਾ ਉਹੀ ਹੀ ਸੀ। ਉਹ ਕਹਿੰਦਾ ਮੈਂ ਦੇਖਿਆ, ਉਹਨੇ ਇਹ ਕਹਿ ਦਿੱਤਾ ਕਿ ਮੈਂ 2-3 ਸਾਲ ਕੁਛ ਨਹੀਂ ਕਰਨਾ, ਮੈਂ ਸਾਰੇ ਮੰਦਰਾਂ ਨੂੰ ਤਾਲਾ ਲਾ ਦਿੱਤਾ। ਕਹਿੰਦਾ ਮੈਂ ਕਹਿੰਦਾ ਕਿੰਨੀ ਬੁੱਝ ਦਿਲ ਕੌਮ ਹੈ, ਕਿਸੇ ਇੱਕ ਨੇ ਵੀ ਮੰਦਰ ਬੰਦ ਕੀਤੇ ਨੇ ਆਵਾਜ਼ ਨਹੀਂ ਉਠਾਈ। ਦੇਖੋ, ਇਹ ਮੈਂ ਨਹੀਂ ਕਹਿ ਰਿਹਾ, ਮੈਂ ਕੋਈ ਹਿੰਦੂ ਵੀਰ ਮੇਰੇ ਤੋਂ ਗੁੱਸਾ ਨਾ ਕਰੇ, ਇਹ ਇਤਿਹਾਸ ਹੈ ਸਾਡਾ। ਕਿਸੇ ਨੇ ਆਵਾਜ਼ ਨਹੀਂ ਉਠਾਈ।
ਕਾਂਸ਼ੀ ਤੋਂ ਪੰਡਤ ਭੱਜ ਕੇ ਨਾ ਕਸ਼ਮੀਰ ਵੱਲ ਭੱਜ ਗਏ, ਜਿੱਥੇ ਉਹਨਾਂ ਦਾ ਸਾਰੇ ਰਹਿੰਦੇ ਸਨ। ਉਹਨੇ ਵੇਖਿਆ ਕਿ ਕੋਈ ਆਵਾਜ਼ ਉਠਾਉਣ ਵਾਲਾ ਨਹੀਂ। 2 ਸਾਲ ਬੀਤੇ, ਉਹਨੇ ਸਾਰੇ ਮੰਜ਼ਰ ਵੀ ਢਾ ਦਿੱਤੇ। ਉਹ ਕਹਿੰਦਾ ਜੀ ਮੈਂ ਗੌਰਮੈਂਟ ਦੇ ਖਰਚੇ ਤੇ ਬਣਾਵਾਂਗਾ, ਆਪਣੇ ਖਰਚੇ ਤੇ ਬਣਾਵਾਂਗਾ। ਤੁਸੀਂ ਦੇਖਿਆ ਹੋਣਾ 84 ਦੇ ਵਿੱਚ ਅਕਾਲ ਤਖਤ ਢਾਇਆ ਗਿਆ ਸੀ। ਕਿੰਨੀ ਦਰਦਨਾਕ ਉਹ ਘਟਨਾ ਸੀ, ਅੱਜ ਵੀ ਸਿੱਖਾਂ ਦੇ ਦਿਲਾਂ ਨੂੰ ਵਲੂਰ ਲੈਂਦੀ ਹੈ। 85 ਦੇ ਅੰਦਰ ਗੌਰਮੈਂਟ ਵੱਲੋਂ ਅਕਾਲ ਤਖਤ ਦੀ ਦੁਬਾਰਾ ਗੌਰਮੈਂਟ ਵੱਲੋਂ ਬਣਾਇਆ ਗਿਆ। ਧਿਆਨ ਦੇਣਾ। ਤੇ ਜਦੋਂ ਗੌਰਮੈਂਟ ਨੇ ਬਣਾਇਆ, ਸੰਤਾ ਸਿੰਘ ਬੁੱਢਾ ਦਲ ਦੇ ਉਹਨਾਂ ਨਾਲ ਮਿਲ ਕੇ ਜਦ ਗੌਰਮੈਂਟ ਦੇ ਪੈਸੇ ਨਾਲ ਅਕਾਲ ਤਖਤ ਬਣਿਆ 85 ਦੇ ਅੰਦਰ, ਇਹ 84 ਚ ਤੋੜਿਆ ਗਿਆ, ਬਿਲਕੁਲ ਅਕਾਲ ਤਖਤ ਢਾ ਦਿੱਤਾ। 85 ਚ ਗੌਰਮੈਂਟ ਨੇ ਬਣਾਇਆ। ਸਿੱਖਾਂ ਨੇ ਮੀਟਿੰਗ ਕੀਤੀ, ਸਰਬਤ ਦੇ ਬੜੇ ਬੜੇ ਦੂਰੋਂ ਬੁੱਧੀਵਾਨ ਜੀਵ ਆਏ। ਉਹਨਾਂ ਨੇ ਆਪਸ ਵਿੱਚ ਸਲਾਹ ਮਸ਼ਵਰਾ ਕੀਤਾ। ਉਹਨਾਂ ਕਿਹਾ ਗੌਰਮੈਂਟ ਦੀ ਬਣੇ ਚੀਜ਼, ਗੌਰਮੈਂਟ ਹਸਪਤਾਲ ਬਣਾਏ, ਗੌਰਮੈਂਟ ਭਾਵੇਂ ਕਾਲਜ ਬਣਾਏ, ਇੰਸਟੀਚਿਊਟ ਬਣਾਏ, ਕੁਛ ਬਣਾਏ, ਉਹ ਗੱਲ ਸਮਝ ਆਉਂਦੀ ਹੈ। ਧਾਰਮਿਕ ਚੀਜ਼ਾਂ ਜੇ ਗੌਰਮੈਂਟ ਬਣਾਏਗੀ ਤੇ ਕੋਈ ਧਾਰਮਿਕ ਬਚੇਗਾ ਨਹੀਂ। ਉਸ ਨੂੰ ਫਿਰ ਢਾਇਆ ਗਿਆ। ਸੰਗਤ ਦੀ 1-1 ਰੁਪਏ, 1-1 ਮਾਇਆ ਦੇ ਨਾਲ ਸਭ ਦਾ ਹਿੱਸਾ ਪੈ ਕੇ ਅਕਾਲ ਤਖਤ ਦੀ ਦੁਬਾਰਾ ਸਿਰਜਣਾ ਹੋਈ। ਉਹਨੂੰ ਦੁਬਾਰਾ ਉਸਾਰੀ ਕੀਤੀ ਗਈ। ਸਿਰਜਣਾ ਨਹੀਂ ਵਾਹਿਗੁਰੂ, ਸਿਰਜਣਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕੀਤੀ ਹੈ। ਉਸ ਵੇਲੇ ਦੇਖੋ ਸਾਰੇ ਪੰਡਤ ਭੱਜ ਕੇ ਨਾ ਅਮਰਨਾਥ ਦੀ ਗੁਫਾ ਤੇ ਚਲੇ ਗਏ। ਕਿਰਪਾ ਰਾਮ ਵੀ ਸੀ, 39 ਬੰਦੇ ਨਾਲ ਹੋਰ ਵੀ ਸਨ। 1 ਮਹੀਨਾ ਅਮਰਨਾਥ ਦੀ ਗੁਫਾ ਦੇ ਵਿੱਚ ਛੁਪੇ ਰਹੇ, 40 ਦਿਨ। 40ਵੇਂ ਦਿਨ ਕਿਰਪਾ ਰਾਮ ਨੂੰ ਅਮਰਨਾਥ ਦੀ ਗੁਫਾ ਦੇ ਅੰਦਰ ਇੱਕ ਸੁਪਨਾ ਆਇਆ। ਭਾਈ ਕਹਿਰ ਤੇ ਬੜਾ ਔਰੰਗਜ਼ੇਬ ਨੇ ਮਚਾ ਰੱਖਿਆ, ਕਿਸੇ ਹਿੰਦੂ ਨੇ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ ਹੈ। ਬਾਹ ਫੜਨੀ ਹੈ ਤੇ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਤੁਸੀਂ ਆਵਾਜ਼ ਉਠਾਓ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿੱਧ ਸੁਆਮੀ ਸੰਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਤੁਸੀਂ ਆਵਾਜ਼ ਉਠਾਓ। ਮੈਂ ਯਕੀਨ ਨਾਲ ਕਹਿਣਾ ਵਾਂ, ਪਰਮਾਤਮਾ ਵੱਲੋਂ ਸੁਪਨਾ ਆਇਆ। ਉਸ ਵੇਲੇ ਫਿਰ ਕਿਰਪਾ ਰਾਮ ਆਪਣੇ ਜਥੇ ਨੂੰ ਲੈ ਕੇ ਤੇ ਉਸ ਪਾਵਨ ਪਵਿੱਤਰ ਧਰਤੀ ਅਨੰਦਪੁਰ ਸਾਹਿਬ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਦੇ ਦਰ ਤੇ ਆਇਆ। ਫਿਰ ਫਰਿਆਦ ਕੀਤੀ। ਮੈਂ ਸਵੇਰੇ ਵੀ ਜ਼ਿਕਰ ਕੀਤਾ ਸਾਰਾ। ਫਰਿਆਦ ਕੀਤੀ। ਪੁੱਤਰ ਕਹਿੰਦਾ ਤੁਹਾਡੇ ਤੋਂ ਜ਼ਿਆਦਾ ਵੱਡਾ ਕਿਹੜਾ ਵੇ, ਮਹਾਬਲੀ ਸੂਰਵੀਰ। ਤੁਸੀਂ ਹੋ ਇਹਨਾਂ ਦਾ ਧਰਮ ਬਚਾ ਸਕਦੇ ਹੋ। ਧਰਮ ਇਹਨਾਂ ਦਾ ਖਤਰੇ ਵਿੱਚ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋਂ ਵੱਡੋ ਕੱਲੂ ਮੈਂ ਸਾਕਾ। ਤੁਸੀਂ ਬਚਾ ਸਕਦੇ ਹੋ। ਦੇਖੋ ਪਿਤਾ ਨੂੰ ਤੋੜ ਰਹੇ ਨੇ, ਬਾਪੂ ਜਾ। ਇਹ ਨਹੀਂ ਪਤਾ ਮੈਂ ਯਤੀਮ ਹੋ ਜਾਣਾ। ਅੱਜ ਕਿਹੜਾ ਬਾਲਕ ਹੈ ਜਿਹੜਾ ਆਪਣੇ ਪਿਓ ਨੂੰ ਕਹੇਗਾ ਜਾ ਸ਼ਹਾਦਤ ਦਾ ਜਾਮ ਪੀਆ? ਜਾਂ ਕਿਹੜਾ ਪਿਓ ਵੇ ਆਪਣਾ ਹੱਸਦਾ ਵਸਦਾ ਪਰਿਵਾਰ ਛੱਡ ਕੇ ਕਿਸੇ ਧਰਮ ਦੀ ਖਾਤਰ? ਇਹ ਤੇ ਅਕਿਰਤ ਘਨ ਨੇ ਲੋਕ। ਮੈਂ ਮਸਕੀਨ ਸਾਹਿਬ ਦੀ ਕਥਾ ਸੁਣ ਰਿਹਾ ਸੀ। ਕੋਈ ਅੰਗਰੇਜ਼ ਬਾਹਰੋਂ ਆਇਆ ਤੇ ਸੰਤ ਹੀਰਾ ਸਿੰਘ ਜੀ ਖੜੇ ਸਨ, ਨਦੀ ਦੇ ਕਿਨਾਰੇ ਦੋਨੋਂ ਖੜੇ ਹੋਏ ਸਨ। ਇੱਕ ਬੱਚਾ ਨਦੀ ਵਿੱਚ ਗਿਰ ਗਿਆ, ਛੋਟੀ ਉਮਰ ਦਾ ਸੀ। ਅੰਗਰੇਜ਼ ਨੇ ਵੇਖਿਆ। ਅੰਗਰੇਜ਼ ਬੜੇ ਕਈ ਨਾ ਬੜੇ ਪ੍ਰੇਮ ਵਿੱਚ ਹੁੰਦੇ ਨੇ ਔਰ ਬੜੀ ਨਿਮਰਤਾ ਵੀ ਹੁੰਦੀ ਉਹਨਾਂ ਵਿੱਚ, ਭਾਵੇਂ ਉਹਨਾਂ ਨੇ ਜ਼ਿਆਦਾ ਧਾਰਮਿਕ ਨਹੀਂ ਹੁੰਦੇ। ਅਸੀਂ ਧਾਰਮਿਕ ਹੋ ਕੇ ਅੰਦਰੋਂ ਕੜਵਾਹਟ ਹੀ ਹੈ, ਮੈਨੂੰ ਖਿਮਾ ਕਰ ਦੇਣਾ। ਅਸੀਂ ਜਿੰਨੀ ਬਾਣੀ ਪੜ੍ਹਨੇ ਆ ਨਾ, ਸਾਨੂੰ ਕੋਈ ਗੱਲ ਬਾਅਦ ਚੋਂ ਕਰਦਾ, ਅਸੀਂ ਖਾਣ ਨੂੰ ਪਹਿਲਾਂ ਪੈਂਦੇ ਹਾਂ। ਇਹੋ ਚੀਜ਼ਾਂ ਸਾਡੇ ਅੰਦਰ ਹਲੇ ਹੈਗੀਆਂ ਨੇ, ਕਿਉਂਕਿ ਬਾਣੀ ਅੰਦਰ ਨਹੀਂ ਗਈ। ਬਾਣੀ ਨਾ ਮੇਰੇ ਸਮੇਤ ਹਲੇ ਰਸਨਾ ਤੇ ਹੀ ਹੈਗੀ ਜਾਂ ਕੰਨਾਂ ਤੱਕ ਹੀ ਰੁਕੀ ਹੋਈ ਹੈ। ਜਦੋਂ ਬਾਣੀ ਅੰਦਰ ਚਲੀ ਜਾਏਗੀ, ਇਹਦੇ 'ਚ ਨਾ ਮੈਂ ਗੱਲ ਕਵਾਂ, ਇਹਦੇ ਵਿੱਚ ਨਾ ਗੁਰੂ ਦਾ ਕਸੂਰ ਨਹੀਂ ਜੇ। ਅਸੀਂ ਬਾਣੀ ਪੜ੍ਹਦੇ ਹੀ ਨਹੀਂ, ਜੇ ਪੜ੍ਹੀਏ ਤਾਂ ਧਿਆਨ ਹੀ ਨਹੀਂ ਦਿੰਦੇ। ਸਾਡਾ ਧਿਆਨ ਹੁੰਦਾ ਕਿ ਕਦੋਂ ਬਾਣੀ, ਕਹਿੰਦੇ ਨੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਗੁਰੂ ਕੀ ਕਰੇ ਜੇ ਸਿੱਖਾਂ ਦੇ ਵਿੱਚ ਹੀ ਚੂਕ ਹੈ, ਸਿੱਖਾਂ ਵਿੱਚ ਹੀ ਕਮੀ ਹੈ। ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਬਜਾਈਏ ਫੂਕ। ਹੁਣ ਇੱਕ ਅੰਨਾ ਆਦਮੀ ਬਾਂਸ ਲੈ ਕੇ ਫੂਕ ਮਾਰ ਰਿਹਾ ਤੇ ਉਹ ਤੇ
एक बांस चो फूक मारोगे तो दूजी तरफ निकल ही जाएगी ना, निकल जाएगी ना। एक बांस नूं फूक मारांगे ते जे इधरों कंन सुन के बाणी इधरों कढ़ दिती तो गुरु का फिर की कसूर है? साडा ही कसूर है ना। असी बाणी अंदर हिरदे च वसाई नहीं, जे वसी हुंदी तो फिर गुरु का विच की कसूर? गुरु का तो कसूर है ही नहीं। ते सतगुरु ने देखो मिनट एक नहीं लाया, उन्होंने कहा जे बालक तू कह रहे हैं तो कोई गल ही नहीं। ये किरत कन ने, मैं गल कर रहा सी वो हीरा सिंह तो बच्चा गिर गया तो हीरा सिंह वेखदा पिया संत सन। अंग्रेज ने कोट पैंट नहीं देखा, क्योंकि अक्सर कोट पैंट टाई ला के बैठे होंगे ने, उन्हें उसी ड्रैस ना भजदे हुए बच्चे नूं बचा लिया। ध्यान देना, बच्चे नूं बचा के जद गिले बच्चे नूं आप गिला हो गया, बच्चे नूं बाहर कढ़ के रखिया, उसदी मां ने वेख्या एकदम जफ्फी पाई, मां ने इन्ना प्यार किया, प्यार करदी करदी चली गई, चली गई। संत हीरा सिंह जी देख रहे सन सब कुछ, ते वो अंग्रेज बड़ा मायूस हो गया, कहंदा मैं अपनी जान ते बजाए। संत सिंह जी मस्कीन जी दे बचन सुना रहे सन, कहंदे ने अंग्रेज कहंदा मैं हैरान हो गया, ਉਹਦੀ मायूसी जायज़ सी। एक बच्चे की तुसी जान बचा रहे हो तो वो मां बच्चे नूं चुमदी चुमदी लै गई, नो थैंक्स, कुछ भी नहीं, कोई मेहरबानी नहीं। तो संत हीरा सिंह जी कोल गए, कहंदे की होया? कहंदा मैं समझ नहीं, इंडियन कैसे ने? उन्हें इंग्लिश च गल की, कहंदा की होया? कहंदा जी मैं बच्चे की जान बचाई, अपना आप कोट गिला कर दिता। साडी कंट्री विच ते किसी का रुमाल भी गिर जाए, कोई चुक के देवे तो असीं सब तो कहने थैंक्स। तो हीरा सिंह जी कहते ने ये तेरा की थैंक्स करनगे, ये ते ओ धरती है जिस पिता ने अपना पुत्र, अपना घर बार सारा कुछ सरबंस वार दिता, उन्हां दा मुल इन्हां ने नहीं पाया, तो तेरा की पाणगे? आखो प्यार नाल सतनाम श्री वाहिगुरू। देखो अज किसी नूं पता होवे ना इस गल दा कि अज मंदिर गुरुद्वारा कुछ नहीं होना सी, इत्थे टल नहीं वजने सी, इत्थे कीर्तन कथा नहीं होनियां सी, ये सारी गुरु तेग बहादुर साहब की कृपा है। स्वामी दया विवेकानंद जी का मैं एक पढ़ रही सी गल, उन्हें बड़ी अच्छी गल लिखी। स्वामी विवेकानंद सनातन धर्म दे कहंदे ने जिस दिन समझ आ गई ना, जेड़े मंदिरां दे विच जेड़े दिए चल रहे हैं ना, जिहड़ा उहदे विच देसी घ्यो पिया ना, देसी घ्यो नहीं है, वो गुरु तेग बहादुर साहब का लहू वह रहा विच। गुरु तेग बहादुर साहब का लहू वस रहा विच। इत्थे बाबा भाई मनी मती दास सती दा, भाई दयाला जी का लहू है। कहंदे ने मैं ते कहां कोई भी हिंदू औरत जे मांग भरन तो पहला एक बारी धन गुरु तेग बहादुर साहब जरूर कह देवे करे, क्योंकि जिदी खातर ये सुहाग बचे हुए ने ना, उन्होंने अपना सुहाग बिगाड़ के ते हिंदू धर्म की रक्षा करने वास्ते अपनी माता गुजरी का सुहाग उजाड़ के ते वो सगल सृष्टि पे ढापी चादर, सारी सृष्टि ते वो चादर नाल ढक दिता। ये ते ऐसे किरत घन उन्होंने गल की। अंग्रेज ने फिर संत हीरा सिंह ने जवाब दिता, कहंदे ने जिन्हों थैंक्स करना नहीं आया उस तो वड्डा किरत घन नहीं। एक बार धरती रो पई सी, कहंदे तू रो क्यों पई है? तैनूं पहाड़ां दा भार है, तैनूं नदियां दा भार है, तैनूं बिल्डिंगां दा भार है, तां तू रो रही है? कहंदी नहीं मनु, वीर जी माइक चल रहा है, प्लीज डोंट मैं जरा कहांगा किसी का माइक, कृष्णा खुराना जी, मैं सिर्फ 5-7 मिनट और आप जी दे लांगा, मैं सिर्फ 5-7 मिनट लांगा। वैसे तो जिन्ना मर्जी इतिहास है मैं खोल लवां, पर मैं तुहाडा समा भी ज़्यादा नहीं लेना चाहता, क्योंकि देखो ये तो समझण की गल है। बस जिहड़ा समझ जाएगा ना, वो वाकई एक बार मांग भरन तो पहला गुरु तेग बहादुर साहब जी, ये तो लोग समझते नहीं ना। ये तो वो कंट्री है, मैं कहना अज तक सिखां का रिकॉर्ड देख लो, मैं वडियाई गुरु दी है, दास कोई सिखां दे मतलब गुरु की वडियाई है। किसी कोई मंदिर नूं ढाया होवे, एक भी मिसाल दे दो, कभी कोई मस्जिद नूं ढाया होवे, रोडां ते निकल के किसी
गरीब मजलूम के उत्ते दंगे किए होण या कोई आरक्षण के मामले कुछ मंगिया होवे, सिख दी तो हाथ ही इंज मारे ने कहा इंज रख, हक पराया नानका उस सूअर उस गाए। उन्होंने ते इस पहाड़े ते चल रहे ने, किरत विरत कर धर्म दी हथों दे के भला मनावे। सिख कदी झुके नहीं, ते सिख कदी मजलूम की खातर जद भी निकले ने, जब उन्होंने गुरु के उत्ते कोई आँच आई है, किसी ने निरादरी की है, उस वेले सिख नहीं रुकिया पीछे। ये सानू अज समझ आ जाए। देखो गुरु बड़ा मान दिंदा तुहानू सिखां नू, गुरु की शरण विच कोई भी आ जाए। मैं गल कह के समाप्ति करांगा, मेरा अज चित नहीं कर रहा समाप्ति करन दा, पर समा इजाजत नहीं दे रहा। मेरे ना बार बार ना गुरु तेग बहादुर साहब कहते हैं एक मेरे प्यारे का भी जिक्र कर जाई, वो ने भाई जेता जी, कहते ने यदा जिक्र जरूर कर जाई। हालांकि मेरे माइंड तो ना विसर गया सी, पर गुरु तेग बहादुर साहब जिस तरह मैनू अंदरों बार बार कह रहे हैं मेरे इस प्यारे का जरूर जिक्र करें। देखो कितना मान देंदे ने गुरु। वीर जी 5-7 मिनट और लगा सकते हैं? हाँ जी वीर जी। वाहेगुरु 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 वाहेगुरु। प्यार नाल अंदरों कहो सतनाम श्री वाहेगुरु, अंदरों कहना है, अंदरों कहो धन गुरु तेग बहादुर बाबा जी। मैं कहना साडे वर्गियां नूं इन्ना मान दे दिंदे ने। मैं सीजन साहब जांदा सी ना 40-45 साल पहला की गल कर रहा, सैकल ते जांदे सा, टुट्टी सैकल हुंदी सी ते मेरे पिछे एक वीर बैठदा सी, सवेरे उठा दिंदा सी। वो गुरु साहब ने भेजिया, 3 बजे उठाया, चलो जी तैयार हो चरणजीत चलने आ। मैं कहा चलो। वो जमुना का पुल हुंदा सी, खाली हुंदा सी, ते मैं कहंदा सी कोई स्कूटर, कोई उस टाइम ते गड्डियां कित्थे होणियां, स्कूटर कोई निकल जाए। मैं उन्होंने कहंदा इंद्रजीत उहदा नाम सी। मैं कहा इंद्रजीत वीर जी, वो पाठ कर रहे होंदे सन। मैं कहा वीर जी कदी साडे कोल भी स्कूटर होएगी? उन्होंने मैनूं एक गल कही, कहंदे ने वीर जी जिस दर ते तुसीं जा रहे हो ना, तुसीं स्कूटर की गल कर रहे हो। ब्रह्म बिंदे तिसदा ब्रह्मत रहे, एक शब्द लिव लाए, नव निधि 18 सिद्धि, पिछे लगियां फिरे जो हर हिरदे सदा वसाए। तेग बहादुर सिमरै घर 9 निध आवे धाए। कहंदे ने ये जिहड़ियां बख्शिश ना धाए भज के दौड़ के तुहाडे घर आणगियां, तुहाडा एक एक पैडल मारिया जन्मां दे पाप तुहाडे कट देगा। और सच जाणिओ असी किरत करना जो कुछ उन्हें सानू दे दिता है ना, मेरे को कोई अल्फाज नहीं ने, मेरे को अपने को अल्फाज नहीं ने जो परमात्मा ने साड़ी झोली विच पा दिता। एक भिखारी नू राजा बना दिता, जिसनू बख्शे सिफत सलाह नानक पातशाही पातशाह। तुसी झुकन वाली गल ते करिए। अरे गुरु ते बड़ा ही रहम दिल दा है, उन्होंने रहीम भी कहा है ना, जिदे अंदर रहम है। प्रभु प्रभु कहने ना, प्रभ जिदे अंदर कोई भै नहीं, प्रेम ही प्रेम है। अरे झुकन च देरी है, गुरु दे बख्शण च देरी नहीं है। जे कदी गुरु तेग बहादुर साहब ते जिन्हें भी भरोसा कर लिया है ना, मैं सच जान के कहना गुरु नूं बिल्कुल मेरे नाल बैठे ने, वो बुला रहे ने, मैं उन्हां दी हजूरी विच, मैं उन्हां दी बख्शिश नाल कह रहा वां, जिस वेले मर्जी आवाज मार लो तुहाडे कोल खड़े होणगे, गे नहीं। ये ते उन्हां ने सीस कलम कर दिता ना। गुरु तेग बहादुर साहब दा अज तक सीस हिरदियां दे विच बैठा है। ये तो किरत घन ने जिन्हां ने भुला दिता है। दसो कदी कातल ते मखदूम कोल ते आंदे रहे ने मारन वास्ते, कदी आप कोई चल के कातल कोल गया? कोई नहीं गया। कीनो बड्डो कलू में साका, एक कल युग का सब तो वड्डा साका जे। जदों महाराज निकले ना, घरों निकले, देखो
ਮਾਤਾ ਗੁਜਰ ਕੋਲ ਕਿੰਨੀ ਵੱਡੀ ਅਵਸਥਾ ਦੇ ਮਾਲਕ ਨੇ। ਮੈਂ ਕਹਿੰਦਾ ਤਾਨੋ ਮਾਤਾ, ਤੁਸੀਂ ਆਪਣੇ ਪਤੀ ਨੂੰ ਹੱਥੋਂ ਤੋੜ ਰਹੇ ਹੋ, ਪਤਾ ਵਾਪਸ ਨਹੀਂ ਆਣਾ। ਔਰ ਜਿਸ ਧਰਮ ਦੀ ਖਾਤਰ ਕਰ ਰਹੇ ਆ ਉਸ ਧਰਮ ਨੇ ਕਦੀ ਸਾਨਮੰਦ ਵੀ ਨਹੀਂ ਹੋਣਾ। ਮੈਨੂੰ ਖਿਮਾ ਕਰ ਦੇਣਾ। ਸਿੱਖਾਂ ਨੇ ਕੋਈ ਰਾਜ ਨਹੀਂ ਮੰਗਿਆ। ਸਿੱਖ ਤੇ ਉਹ ਨੇ ਦਿੱਲੀ ਜਿੱਤਣ ਤੋਂ ਬਾਅਦ ਵੀ, ਜਿਸ ਜਿਹਦੀ ਦਿੱਲੀ ਸੀ ਉਹ ਰਾਜੇ ਦੀ ਘਰ ਵਾਲੀ ਆ ਗਈ, ਆਪਣੀ ਨਾ ਚੁੰਨੀ ਲਾ ਕੇ ਨਾ ਬਘੇਲ ਸਿੰਘ ਦੇ ਅੱਗੇ ਰੱਖ ਦਿੱਤੀ, ਬਾਬਾ ਜੀ ਮੇਰੇ ਘਰ ਵਾਲੇ ਦੀ ਜਾਨ ਹੀ ਬਖਸ਼ ਦਿਓ। ਉਹਨਾਂ ਨੇ ਜਾਨ ਵੀ ਭੈਣ ਕਹਿ ਦਿੱਤਾ ਤੇ ਜਾਨ ਵੀ ਬਖਸ਼ ਦਿੱਤੀ। ਰਾਜ ਵੀ ਕਈ ਵਾਰੀ ਦਿੱਲੀ ਦਾ ਜਿੱਤ ਕੇ ਵਾਪਸ ਕਰ ਦਿੱਤਾ। ਸਿੱਖਾਂ ਨੇ ਰਾਜ ਦੀ ਨਹੀਂ ਸੋਚੀ। ਸਿੱਖ ਤੇ ਉਹ ਕੌਮ ਹੈ। ਸਿੱਖ ਤੇ ਲੰਗਰ ਲਾਉਣ ਵਾਲੀ ਹੈ, ਭਾਵੇਂ ਆਕਸੀਜਨ ਹੋਵੇ। ਇਹ ਤੇ ਆਤੰਕਵਾਦੀ ਕਹਿੰਦੇ ਨੇ ਨਾ। ਸਿੱਖ ਤੇ ਉਹ ਨੇ ਜਿਹੜਾ ਆਪਾ ਵਾਰ ਕੇ ਅੱਜ ਵੀ ਜਜ਼ਬੇ ਨੇ। ਮੈਂ ਸਵੇਰੇ ਵੀ ਕਥਾ ਸੁਣਾ ਰਿਹਾ ਸੀ ਨਾ, ਉਹ ਹਾਥੀ, ਉਹ ਚਿੰਗਾਰ ਅੰਦਰ ਵੀ ਹੈ ਸਾਡੇ। ਅੱਜ ਵੀ ਕਿਸੇ ਦਾ ਦਰਦ ਵੇਖ ਕੇ ਆਪਣੇ ਘਰ ਦੀ ਪਰਵਾਹ ਨਾ ਕਰਦੇ ਹੋਏ ਅੱਜ ਵੀ ਜੰਗੇ ਮੈਦਾਨ ਵਿੱਚ 300 400 ਸ਼ਰੀਰਾਂ ਦੇ ਕਰੋਨਾ ਮੁਕਤ ਡੈਥ ਹੋਈਆਂ। ਉਹਨਾਂ ਦੇ ਜਾ ਕੇ, ਜਿਨ੍ਹਾਂ ਦੇ ਘਰ ਵਾਲੇ ਹੱਥ ਨਹੀਂ ਪਾ ਰਹੇ, ਉਹਨਾਂ ਦੇ ਜਾ ਕੇ ਸੰਸਕਾਰ ਕਰ ਰਹੇ ਨੇ। ਇਹ ਤੁਸੀਂ ਦੇਖ ਵੀ ਰਹੇ ਹੋ। ਠੀਕ ਹੈ, ਮੀਡੀਆ ਨਹੀਂ ਦਿਖਾ ਰਹੀ, ਬਟ ਜੋ ਸੱਚਾਈ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ। ਮੈਨੂੰ ਅੱਜ ਕਹਿਣ ਪੈਣੇਗਾ, ਜਦੋਂ ਪੰਜ ਸਿੱਖ ਨਾਲ ਨੇ, ਮਤੀ ਦਾਸ ਜੀ, ਸਤੀ ਦਾਸ ਜੀ, ਭਰਾ ਸਿੰਘ ਦਿਆਲਾ ਜੀ, ਭਾਈ ਜੇਤਾ ਜੀ, ਇੱਕ ਸਿੱਖ ਹੋਰ ਸੀ, ਮੈਂ ਨਾਮ ਵਿਸਰ ਗਿਆ। ਇੱਕ ਤੇ ਮੈਮਰੀ ਵੀ ਥੋੜੀ ਵੀਕ ਹੋਈ ਜਾ ਰਹੀ ਹੈ। ਪੰਜੋ ਚੱਲੇ ਆਗਰੇ ਤੋਂ ਹੁੰਦੇ ਹੋਏ, ਜਦ ਆਪ ਜਾ ਕੇ ਮਹਾਰਾਜ ਨੇ ਦੇਖੋ ਗ੍ਰਿਫਤਾਰ ਹੋਏ ਨਾ, ਉਹਦੇ ਵਿੱਚ ਵੀ ਕਿਸੇ ਦਾ ਭਲਾ, ਗਰੀਬ ਦਾ ਭਲਾ ਕਰ ਦਿੱਤਾ। ਉਹ ਗਰੀਬ ਸੀ ਤੇ ਮਹਾਰਾਜ ਨੇ ਕਿਹਾ ਜਾ ਤੇਰੇ ਜਿਹੜਾ ਇਨਾਮ ਹੈ ਤੂੰ ਲੈ ਲਈ ਤੇ ਮੈਨੂੰ ਗ੍ਰਿਫਤਾਰ ਕਰਾ ਲੈ। ਦੇਖੋ ਜਾਂਦਿਆਂ ਵੀ ਭਲਾ ਕਰ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ। ਪੰਜਾਂ ਨੇ ਜਦ ਸ਼ਹਾਦਤ ਦਾ ਸਮਾਂ ਆਇਆ ਤੇ ਮਹਾਰਾਜ ਨੇ ਕਿਹਾ ਤਿੰਨਾਂ ਨੇ ਤੇ ਸ਼ਹਾਦਤ ਮੇਰੇ ਨਾਲ ਦੇਣੀ ਹੈ। ਭਾਈ ਜੇਤਾ, ਮੈਂ ਜਿਹਦਾ ਜ਼ਿਕਰ ਕਰ ਰਿਹਾ, ਭਾਈ ਜੇਤਾ ਜੀ ਤੁਸੀਂ ਸ਼ਹਾਦਤ ਨਹੀਂ ਦੇਣੀ। ਉਹ ਮਾਯੂਸ ਹੋ ਗਿਆ, ਕਹਿਣ ਲੱਗਾ ਮਹਾਰਾਜ ਜਦ ਸਾਰੇ ਸਿੱਖ, ਕਿਉਂ ਮੇਰਾ ਪਿਆਰ ਨਹੀਂ ਹੈ? ਇੱਕ ਉਹ ਸੀ ਈਸਾ ਮਸੀਹ ਜਿਹਦੇ 13 ਨੂੰ ਜਦ ਕਿੱਲਾਂ ਨਾਲ ਠੋਕ ਕੇ ਦੀਵਾਰਾਂ ਨਾਲ ਉਹਨੂੰ ਮਾਰਿਆ ਜਾ ਰਿਹਾ ਸੀ, ਖਤਮ ਕਰਿਆ, ਸ਼ਹੀਦ ਕੀਤਾ ਜਾ ਰਿਹਾ ਸੀ। ਉਹਨੂੰ ਸ਼ਹੀਦ ਨਹੀਂ ਕਹਿੰਦੇ ਜਿਹਨੂੰ ਜ਼ਬਰਦਸਤਨ ਕੀਤਾ ਜਾਵੇ। ਤੇ ਉਹ 13 ਸੰਗੀ ਸਾਰੇ ਭੱਜ ਗਏ, ਸੇਵਕ ਉਹ ਡਰ ਗਏ। ਉਹਨਾਂ ਨੇ ਕਹਿਤਾ ਸਾਡਾ ਗੁਰੂ ਹੀ ਨਹੀਂ ਹੈ। ਪਰ ਇੱਥੇ ਤੇ ਲੜਾਈ ਹੋ ਰਹੀ ਹੈ। ਉਹ ਕਹਿੰਦਾ ਮੈਂ ਕਰਾਂਗਾ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਡੱਲੇ ਨੂੰ ਕਿਹਾ ਸੀ ਬੰਦੂਕ ਪਰਖਣੀ ਹੈ, ਤੇ ਡੱਲੇ ਦਾ ਕੋਈ ਬੰਦਾ ਨਹੀਂ ਆਇਆ। ਕਹਿੰਦੇ ਨੇ ਪਰਖਣੀ ਹੈ ਤੇ ਕਿਸੇ ਜਾਨਵਰ ਤੇ ਪਰਖੋ ਜਾਂ ਕੋਈ ਫਲ ਫਰੂਟ ਲਗਾਓ। ਤੁਸੀਂ ਤੇ ਸਿੱਖ ਸੁਣਿਆ ਤੇ ਕੋਈ ਇੱਕ ਪਿਓ ਤੇ ਪੁੱਤਰ ਆਟਾ ਗੁੰਨ ਰਹੇ ਸਨ ਤੇ ਦੋਨੋਂ ਹੀ ਉਹੀ ਹੱਥਾਂ ਨਾਲ ਹੀ ਆ ਗਏ। ਕਹਿੰਦੇ ਮੈਨੂੰ ਚਲਾਓ, ਕਹਿੰਦਾ ਮੈਨੂੰ ਚਲਾਓ। ਕਹਿੰਦਾ ਪਹਿਲਾਂ ਮੈਂ ਸੁਣੀਏ, ਪਹਿਲਾਂ ਮੈਂ। ਇੱਥੋਂ ਤੱਕ ਤੇ ਮਹਾਰਾਜ ਕਹਿੰਦੇ ਨੇ ਦੇਖ ਤੇਰੀ ਸੇਵਾ ਹੈ ਨਾ ਜਿਹੜੀ ਭਾਈ ਜੇਤਿਆ, ਤੇਰੀ ਸੇਵਾ ਨਾ ਸਾਡੇ ਸੀਸ ਲੈ ਜਾਣ ਦੀ ਹੈ। ਸੇਵਾ ਜਿਹੜਾ ਵੀ ਗੁਰੂ ਘਰ ਵਿੱਚ ਕਿਹੜੀ ਵੀ ਕਰੇਗਾ, ਫਲ ਸਭ ਨੂੰ ਬਰਾਬਰ ਮਿਲੇਗਾ। ਇਹ ਧਿਆਨ ਦੇਣਾ ਇਸ ਗੱਲ ਦਾ। ਮੇਰੀ ਗੁਰੂ ਘਰ ਦੀ ਕੋਈ ਵੀ ਸੇਵਾ ਕਿਸੇ ਰੂਪ ਵਿੱਚ ਕਰ ਰਿਹਾ ਹੈ, ਭਾਵੇਂ ਜਲ ਦੀ ਕਰ ਰਿਹਾ, ਭਾਵੇਂ ਕੀਰਤਨ ਦੀ ਕਰ ਰਿਹਾ, ਭਾਵੇਂ ਵਿਚਾਰ ਦੀ ਕਰ ਰਿਹਾ, ਤੇ ਭਾਵੇਂ ਕਿਸੇ ਤਰ੍ਹਾਂ ਦੀ ਵੀ ਕਰ ਰਿਹਾ, ਜੋੜਿਆਂ ਦੀ ਕਰ ਰਿਹਾ, ਲੰਗਰ ਦੀ ਕਰ ਰਿਹਾ, ਪਾਣੀ ਦੀ ਕਰ ਰਿਹਾ, ਭਾਵੇਂ ਕਰੋਨਾ ਦੀ ਕਰ ਰਿਹਾ, ਫਲ ਸਭ ਨੂੰ ਬਰਾਬਰ ਮਿਲਣਾ ਹੈ। ਤੇ ਤੇਰੀ ਇੱਕ ਡਿਊਟੀ ਹੈ, ਜਦ ਸਾਡਾ ਸੀਸ ਧਰ ਤੋਂ ਅਲੱਗ ਹੋਏਗਾ ਨਾ, ਇਹਨਾਂ ਜ਼ਾਲਮਾਂ ਦੇ ਹੱਥ ਨਾ ਆਵੇ, ਕਿਉਂਕਿ ਇਹ ਜ਼ਾਲਮਾਂ ਦੇ ਅੱਗੇ ਮੈਂ ਕਹਿੰਦਾ ਮੇਰੇ ਜਾਨ ਤੋਂ ਬਾਅਦ ਵੀ ਸੀਸ ਨਾ ਚੁੱਕੇ। ਸੀਸ ਦਿਆ ਪਰ ਸਿਰਰ ਨਾ ਦਿਆ। ਇਹ ਪਲੀਜ਼ ਮਾਈਕ ਹੋਰ ਆਨ ਹੋਇਆ ਜੀ ਪਲੀਜ਼। ਹਾਂਜੀ ਇਹ ਪੰਮੀ ਜੀ ਕੋਈ ਹੈਗੇ ਨੇ, ਪਲੀਜ਼ ਬੰਦ ਕਰ ਦੀजिए ਮਾਈਕ। ਇਹ ਡਿਊਟੀ ਲੱਗੀ ਸੀ, ਲੱਖੀ ਸ਼ਾਹ ਵਣਜਾਰੇ ਦੀ ਡਿਊਟੀ ਲੱਗੀ, ਧੜ ਨੂੰ ਲੈ ਕੇ ਜਾਣਾ। ਤੇ ਜਦ ਮੈਂ ਸ਼ਾਰਟ ਹੀ ਚਾਹਾਂ, ਜਦ ਕਲਮ ਕੀਤਾ ਗਿਆ, ਮਹਾਰਾਜ ਨੂੰ ਸ਼ਹੀਦ ਕੀਤਾ ਗਿਆ। ਇਹ ਵੀ ਜੀ ਮਾਈਕ ਬੰਦ ਕਰ ਦਿਓ ਪਲੀਜ਼। ਸਿਰਫ 5-7 ਮਿੰਟ ਹੋਰ ਆਪ ਜੀ ਦੇ ਲਵਾਂਗੇ। ਜਾਂ ਜਿਹੜਾ ਹੋਸਟ ਨੇ ਉਹ ਕਰ ਸਕਦੇ ਨੇ ਬੰਦ, ਪਲੀਜ਼ ਵੀਰ ਜੀ, ਭੈਣ ਜੀ ਮਾਈਕ ਬੰਦ ਕਰ ਦੇਣਾ। ਤੇ ਹਾਂਜੀ ਜਦੋਂ ਡਿਊਟੀ ਲੱਗੀ ਤੇ ਸਾਧ ਸੰਗਤ ਉਵੇਂ ਹੀ ਹੋਇਆ। ਤਿੰਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਸ਼ਹੀਦ ਕੀਤਾ ਗਿਆ। ਬਿਜਲੀ ਕੜਕੀ, ਬੜਾ ਤੂਫਾਨ ਆਇਆ। ਗੱਡਾ ਲੈ ਕੇ ਤੇ ਲੱਖੀ ਸ਼ਾਹ ਵਣਜਾਰਾ ਤੇ ਮਹਾਰਾਜ ਦਾ ਧੜ ਚੁੱਕ ਕੇ ਤੇ
ਅੰਧੇਰੀ ਦੇ ਵਿੱਚੋਂ ਲਾਲ ਕਿਲੇ ਤੋਂ ਹੁੰਦਾ ਹੋਇਆ ਆਪਣੀ ਝੁੱਗੀ ਜਿੱਥੇ ਰਕਾਬਗੰਜ ਸਾਹਿਬ ਹੈ, ਝੁੱਗੀ ਨੂੰ ਜਾ ਕੇ ਪਹਿਲਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਧਾੜੇ ਨੂੰ ਪਰਿਵਾਰ ਨੂੰ ਕਿਹਾ ਜੀ ਇਹ ਧਾੜੇ ਆਪ ਮਹਾਰਾਜ ਦਾ ਪਹਿਲਾਂ ਅੰਗੀਠਾ ਸਜਾ ਕੇ ਅੰਦਰ ਅੱਗ ਲਾਈ, ਫਿਰ ਘਰ ਨੂੰ ਅੱਗ ਲਾ ਦਿੱਤੀ ਤੇ ਸਾਰੇ ਕਹਿਣ ਲੱਪੇ ਮਹਾਰਾਜ ਉਹ ਲੱਖੀ ਸ਼ਾਹ ਵਣਜਾਰਾ ਦਾ ਘਰ ਸੜ ਗਿਆ, ਘਰ ਸੜ ਗਿਆ, ਹੁਣ ਇਹ ਕਿਵੇਂ ਬਣਾਏਗਾ, ਚੰਗਾ ਸਮਾਨ ਤੇ ਕੱਢ ਦਿੰਦਾ, ਉਹ ਬੜਾ ਕੁਝ ਕਿਹਾ ਸੰਗਤਾਂ। ਪਰ ਲੋਕਾਂ ਨੂੰ ਕੀ ਪਤਾ ਸੀ ਇਹਦਾ ਘਰ ਸੜਿਆ ਨਹੀਂ, ਇਹ ਸਦਾ ਆਬਾਦ ਹੋਣ ਵਾਸਤੇ। ਦੇਖੋ ਸੇਵਾ ਸੀ ਨਾ। ਅੱਜ ਵੀ ਨਕਮਸਤਕ ਹੋ ਕੇ ਸੰਗਤਾਂ ਅੱਜ ਵੀ ਲਾਹ ਖੱਟ ਰਹੀਆਂ ਨੇ। ਭਾਈ ਜੇਤੇ ਨੇ ਉਸ ਹਨੇਰੀ ਦੇ ਅੰਦਰ ਸੀਸ ਚੁੱਕਿਆ, ਚੁੱਕਦੇ ਹੋਏ 5 ਪੜਾਵ ਕਰਦੇ ਹੋਏ ਦੇਵਾ ਰਾਮ ਦੇ ਵੀ ਘਰ ਗਏ। ਧੋਬੀ ਦਾ ਦੇਖੋ, ਧੋਬੀ ਜਿਹਨੂੰ ਮਹਾਰਾਜ ਨੇ ਕਿਹਾ ਸੀ ਮੈਂ ਦਰਸ਼ਨ ਦਵਾਂਗਾ, ਤੇ ਜਦ ਪਤਾ ਲੱਗਿਆ ਕਿ ਮਹਾਰਾਜ ਸ਼ਹੀਦ ਹੋ ਗਏ ਨੇ ਤੇ ਕਹਿੰਦਾ ਮਹਾਰਾਜ ਨੇ ਦੇਖੋ ਬਚਨ ਨਹੀਂ ਪੂਰਾ ਕੀਤਾ। ਤੇ ਉਸ ਵੇਲੇ ਉਸ ਸ਼ਹੀਦ, ਉਸ ਵੇਲੇ ਵਾਹਿਗੁਰੂ ਭਾਈ ਜੇਤਾ ਜੀ ਨੇ ਮਹਾਰਾਜ ਦਾ ਉਹਦੇ ਘਰ ਜਾ ਕੇ ਉਹਨੂੰ ਵੀ ਦਰਸ਼ਨ, ਸਿਰ ਮਤਲਬ ਕਿ ਭਾਵੇਂ ਸਰੀਰ ਰੂਪ ਵਿੱਚ ਉਹਨੂੰ ਫਿਰ ਵੀ ਦਰਸ਼ਨ ਦੇ ਦਿੱਤੇ। 5 ਪੜਾਅ ਪਰ ਕੇ ਕੀਰਤਪੁਰ ਸਾਹਿਬ ਪਹੁੰਚਿਆ, ਕਿਉਂਕਿ ਸਾਰੇ ਸੰਸਕਾਰ ਨਾ ਕੀਰਤਪੁਰ ਸਾਹਿਬ ਹੁੰਦੇ ਸਨ, ਗੁਰੂ ਹਰਿਰਾਏ ਸਾਹਿਬ ਦਾ, ਹਰਗੋਬਿੰਦ ਪਾਤਸ਼ਾਹ ਦਾ। ਤੇ ਉਹਨੇ ਸਮਝਿਆ ਕਿ ਉੱਥੇ ਲੈ ਕੇ ਜਾਣਾ। ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਿਆ ਕਿ ਪਿਤਾ ਦਾ ਸੀਸ, ਦੇਖੋ ਸਿੱਖ ਨੂੰ ਕਿੰਨਾ, ਮੇਰੀ ਗੱਲ ਉੱਥੇ ਹੀ ਹੈ, ਸਿੱਖ ਨੂੰ ਕਿੰਨਾ ਪਿਆਰ ਦਿੰਦੇ ਨੇ। ਅਰੇ ਤੁਸੀਂ ਬਣ ਕੇ ਤੇ ਵੇਖੋ, ਗੁਰੂ ਦੇ ਲਾਡਲੇ, ਗੁਰੂ ਦੇ ਪੁੱਤਰ ਬਣ ਕੇ ਤੇ ਵੇਖੋ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ, ਮਾਤਾ ਗੁਜਰ ਕੌਰ, ਭਾਈ ਗੁਰਦਾਸ ਜੀ, ਦੂਜੇ ਗੁਰਦਾਸ ਜੀ, ਸਾਰੀਆਂ ਸੰਗਤਾਂ ਕੀਰਤਪੁਰ ਸਾਹਿਬ ਪਹੁੰਚੀਆਂ ਤੇ ਮਹਾਰਾਜ ਨੇ ਸੀਸ ਦੇ ਦਰਸ਼ਨ ਕੀਤੇ ਤੇ ਕਿਹਾ ਜੀ ਇਹਨਾਂ ਦਾ ਭਾਵੇਂ ਇੱਥੇ ਸੰਸਕਾਰ ਨਹੀਂ ਹੋਣਾ, ਇਹ ਜਾ ਕੇ ਅਨੰਦਪੁਰ ਦੇ ਹੀ ਹੋਏਗਾ ਸੀਸ ਗੰਜ ਸਾਹਿਬ। ਗੰਜ ਹੁੰਦਾ ਖਜ਼ਾਨਾ, ਸੀਸ ਦਾ ਖਜ਼ਾਨਾ। ਦੇਖੋ ਪਹਿਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਦਾ ਧੜ ਦਾ ਵੱਖਰਾ ਹੋਇਆ ਤੇ ਸੀਸ ਗੰਜ ਵੀ 2 ਬਣੇ ਨੇ। ਇੱਕ ਦਿੱਲੀ ਦਾ ਚਾਂਦਨੀ ਚੌਂਕ, ਜਿੱਥੇ ਚਾਂਦਨੀ ਦੀ ਰਾਤ ਨੂੰ ਰਾਜੇ ਦੀਆਂ ਰਾਣੀਆਂ ਰਾਤ ਨੂੰ ਬੜੇ ਬੜੇ ਲਾਈਟਾਂ ਜਲਾ ਕੇ, ਦੀਵੇ ਚਲਾ, ਉੱਥੇ ਦੀਵੇ ਹੀ ਹੁੰਦੇ ਸਨ, ਲਾਈਟਾਂ ਦੇ ਹੁੰਦੇ, ਦੀਵੇ ਚਲਾ ਕੇ ਤੇ ਉਸਦੇ ਆਨੰਦ ਲੈਂਦੀਆਂ ਸਨ। ਪਰ ਜਦੋਂ ਦੀ ਸ਼ਹਾਦਤ ਹੋਈ ਹੈ ਚਾਂਦਨੀ ਚੌਂਕ ਵਿੱਚ, ਉਹ ਚਾਂਦਨੀ ਚੌਂਕ ਅੱਜ ਵੀ ਮਸ਼ਹੂਰ ਹੈ, ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਕੇ ਮਸ਼ਹੂਰ ਹੈ। ਤੇ ਉਸ ਵੇਲੇ ਫਿਰ ਗੁਰੂ ਸਾਹਿਬ ਸਾਰੀ ਸੰਗਤ ਦੇ ਨਾਲ ਸੀਸਗੰਜ ਸਾਹਿਬ ਜਾ ਕੇ ਜਦ ਪੂਰੀ ਚਿਖਾ ਤਿਆਰ ਕੀਤੀ, ਸੀਸ ਰੱਖਿਆ, ਹੱਥ 'ਚ ਲੰਬੂ ਫੜਿਆ, ਸੰਗਤ ਸਾਰੀ ਸੰਗਤ ਹੈ ਸਭ ਜਗ ਪਿਓ, ਜੈ 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 ਸੁਰ ਲੋ। ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੀ ਆਯੂ ਵਿੱਚ, ਗੋਬਿੰਦ ਰਾਏ ਜੀ ਹੱਥ ਵਿੱਚ ਲੰਬੂ ਏ, ਵੇਖਦੇ ਪਏ ਨੇ ਇੱਧਰ ਉੱਧਰ ਕਿ ਮਹਾਰਾਜ ਕਹਿੰਦੇ ਨੇ ਸਾਰੇ ਸਿੰਘ ਤੇ ਇੱਥੇ ਨੇ, ਕਿਹਦੀ ਲੋੜ ਹੈ। ਵੇਖਿਆ ਤੇ ਬੜੀ ਪਿੱਛੇ ਭਾਈ ਚੇਤਾ ਜੀ ਖੜੇ ਹੋਏ, ਅੱਖਾਂ ਵਿੱਚ ਅੰਜੂ। ਮਹਾਰਾਜ ਨੇ ਆਪ ਪਿੱਛੇ ਗਏ, ਜੇਤਿਆ ਤੂੰ ਪਿੱਛੇ ਕਿਉਂ ਖੜਾ ਹੋਇਆ। ਦੇਖੋ ਗੁਰੂ ਮਾਨ ਕਿੰਨਾ ਦਿੰਦਾ ਜੇ। ਕਹਿੰਦੇ ਭਾਈ ਜੇਤਿਆ ਤੂੰ ਪਿੱਛੇ ਕਿਉਂ ਖੜਾ ਹੈ ਇਤਨੀ। ਮਹਾਰਾਜ ਨੇ ਗਲਵਕੜੀ ਲਿਆ ਤੇ ਚਿਖਾ ਤੇ ਲੈ ਗਏ ਤੇ ਗਲਵਕੜੀ ਲੈ ਕੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਬੇਟਾ ਨਹੀਂ, 2 ਬੇਟੇ ਨੇ। मैं छोटा बेटा वां ते वड्डा बेटा रंग रेटे गुरु के बेटे। गुरु के बेटे गलवकड़ी ले लिया, कहने लगे तू ते बेटियां तो भी ज्यादा काम करके आया, जो अपने पिता दी सीस नूं संभाल के लैके आया है। ये लंबू है ना जेड़ा, ये मैं नहीं लावांगा। रंग रेटे गुरु के बेटे जो भाई अमृत छक के बाद जो जीवन सिंह बने सन। और गुरु महाराज ने कहा सी बच्चों मेरा बचन भावें तुसी मनो ना मनो, भाई जीवन सिंह दा मेरे वड्डे भरा दा बचन ना कदी मोड़ना।
ये मान दिता मेरे गुरु ने भाई जेते ने। संगत वेख रही है और उस चिखा नूं जिन्हें अग लगाई वो होर कोई नहीं सी, भाई जेता सी। देखो कितना मान दिता, जिहड़ा अपनी जान की बाजी खेल के साडे ते घरे बच्चे नूं कुछ हो जाए या कुछ हो जाए ना, असीं ते गुरु तेग बहादुर साहब नूं उलांभे देण लग पैंदे आ। पर वो भी सिख ने जिहड़े कहंदे ने पहला मनु शहीद क्यों नहीं करन दिता, मैनू शहादत दा जाम पीण दो। एक ने घर नूं अग ला दित्ती। असीं ते माया दे विच चमड़े होए आ। ਮੈਨੂੰ याद है वो घटना भी सिरसा दी, जब सिरसा ते युद्ध हो रहा सी ना, ते बाबा जीत सिंह जी लड़ रहे सन ते सिरसा चढ़ी सी ते पार करनी सी, कोई मन नहीं रहा सी। बाबा जीत सिंह कहते मैं नहीं जाना, मैं लड़ना है, क्योंकि जंगे मैदान तो पिछे नहीं मुड़ना। ते उस वेले फिर किसी का कहना नहीं मनिया। बाबा जीवन सिंह जी जिहड़े भाई जेता तो अमृत छक के जीवन सिंह बने ना, वो उठ के कोल गए ते कहन लगे बाबा जीत सिंह जी ये साडा हुक्म है, तुसी हुणे जंग बंद कर दो और चलो इथों सरसा पार करनी है। मिनट एक नहीं लाया, गुरु साहब का हुक्म सी कि यह साडा वड्डा भरा है। तो ऐसे दीन दयाल सतगुरु ने जिथे अपने पुत्रां नूं भी इन्ना मान नहीं दिता, जद चार साहिबजादियां नूं शहादत दा जाम पी के माता साहब कौर कोल मेल होया तो उन्होंने कहा कित्थे ने लाल, ते साडे वाली ते इशारा करके कहा सी इन पुत्रन पे वार दिए सुत चार, चार मुए तो क्या बया जीवत कई हजार। उन्होंने किन्ना दुख हो रहा होवेगा जब साडे वर्गे सिख किन्ना किन्ना चिर जपजी साहब का पाठ ना करन, इन्हां पुत्रां दे पीछे सीस वार दिता, सानू लानतां पै रहियां होणगियां। तो ऐसे दीन दयाल सतगुरु दी अज आमद का दिहाड़ा है। बड़े प्यार दे विच गुरु दे जस गायन किया है सी सारियां ने सवेर तो लैके हुण तक, और ये प्यार बनिया रवे। गुरु की गल ये गल जरूर कहना कि गुरु मेरे संग सदा है नाले। मैं तो इतनी गल कहांगा बस, वो नाल है बस, वो साडे तो दूर नहीं जे। तुसी सोच मंडल के अंदर है विचार बना लो। एक ए माइक बंद कर दो प्लीज, ए मैं वाहिगुरू ए गलैक्सी MN20 सारे भैन जी जिन्ने भी जो भी ने, सो गुरु साडे नाल है। जे वो भाई जेता की बांह फड़ सकते हैं साडी भी फड़ते हैं, पर फड़ान वाली बांह चाहिए है। मारे कहते ना तेग बहादुर बोलिया तर पईए धर्म ना छोड़िए, बांह जिन्हां दी पकड़िए सिर दीजे बांह ना छोड़िए। वो तो फिर बांह नहीं छड़दा, तू छुड़ा ले तो गल वखरी है, गुरु बांह नहीं छड़दा। गुरु तो जिन्हां दी बांह फड़ लैंदा है वो फिर तुड़ दरगाह तक भी नहीं छड़दा। जे भाई जोगे ने कहा ना मैं तुहाडे जोगा, तो गुरु ने कहा जे तू कहा ना मेरे जोगा तो मैं भी तेरे जोगा। सारी रात उस वैश्या दे दुआरे गुरु साहब पहरेदार बन के उस जोगे दा भरम कढ़िया ते इस एहसास दवाया कि गुरु दा वचन कदी खाली नहीं जाता। असी भी गुरु दे नाल रहना है, गुरु दी गल मननी है। जिस तरह वीर जी अक्सर अनाउंस करते हैं, जे असी इन्हां नूं मन लईए, जे इतनी विचारा हुई ने थोड़ी देर बजावांगे भुल जाणगियां। मैं कहना एक ही बचन अज संभाल के लै जाइए कि आने वाली कल की सवेर घट्टो घट एक पाठ। मेरा मकसद है नहीं कि मैं संगत वादी वेख रहा या वो है ये है, मेरा मकसद वो नहीं है। असी जिन्ना महापुरखा को जाते सन वो कहते हैं एक पाठ जपजी साहब का जरूर करे। जे कोई नितनेम करता है बड़ी मुबारक है, चरना की धूड़ चाहिए। जे एक पाठ घट्टो घट जपजी साहब का करके तां मुख नूं कुछ लाए, क्योंकि जित मुख नाम ना उचरे विण नावे रस खाए, नानक एवें जानिए तित मुख थुक्कां पाए। आसा दी वार दी पंक्ति है। जेड़ा भी कोई सिख, जेड़ा भी कोई प्राणी मनुख बिना खाधे पीते नाम जपन तो बिना कुछ खा पी लैंदा है, उहदे मूँह दे उत्ते थुक्कां पैण दे बराबर इतनी मतलब कि इतनी लानत पाई है।
नाम बिना जो पैरे खाए, जो कुकर जूठन में पाए। तो इस करके जो खाली पेट कई बार जो स्ट्रोंग कैप्सूल होंगे ना गैस का, वो डॉक्टर कहता बिना तुसी खाली खाना है, वह की मतलब है सारे दिन तुहानू गैस नहीं बनेगी, तुहाडा शरीर ठीक रहेगा, तुहानू परेशानी नहीं रहेगी, पेट ठीक रहेगा। तो जे पहली अमृत वेले असी ये अंदर जपजी साहब की बाणी पा देंगे ना, सारा दिन जो खाओगे ना वो अमृत ही बनेगा। तुहानू विकारा की गैस नहीं बनेगी, वो तो एक गैस है ना दूजी। तो जे अमृतमई जपजी साहब का पाठ कर लिया ना, तो सानू विकार तंग नहीं करनगे। सतगुर सिख के बंधन काटे, गुर का सिख विकार ते हाटे। सो ऐसे दीन दयाल सतगुरु दी कितनियां महिमा करिए, महिमा पार ने, पर साडी जुबान छोटी पै जाएगी, गुरु की महिमा कदी छोटी नहीं पेगी। सो महाराज कृपा करन, सारियां दे उत्ते रहमत वरतान, सारियां नूं लख लख वधाइयां। बेअंत भुल्लां गलतियां होईयां ने वो दसदियां ने, बचन गुरु का जान के हिरदे विच वसाओ। ये उड़ीक चाहिए कल दी सवेर जपजी साहब तो बिना या पूरे नितनेम तो बिना असी नहीं खुंजाणी, नहीं खुंजाणी, नहीं खुंजाणी। वाहिगुरू जी का खालसा, वाहिगुरू जी की फतेह। हाँ जी विजय अरदास।